ਥੈਂਕ ਯੂ ਫਾਦਰ। ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਸਾਰਿਆਂ ਦਾ ਮਸੀਹ ਯੀਸ਼ੂ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਪਵਿੱਤਰ ਹਜ਼ੂਰੀ ਵਿੱਚ ਸਵਾਗਤ ਕਰਦੇ ਹਾਂ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਸ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਸੁਹਾਵਣਾ ਆਸ਼ੀਸ਼ਿਤ ਭਰਿਆ ਦਿਨ ਦਿੱਤਾ ਹੈ। ਆਪਣੀਆਂ ਰੀਨਿਊਡ ਮਰਸੀਜ਼ ਦਿੱਤੀਆਂ, ਕਿਰਪਾ ਦਿੱਤੀ ਹੈ, ਸਾਹ ਦਿੱਤੇ ਹੈਗੇ ਆ, ਪਵਿੱਤਰ ਸਾਹ ਦਿੱਤੇ ਆ, ਸਾਨੂੰ ਜੀਵਿਤ ਰੱਖਿਆ। ਅਸੀਂ ਇਹਨਾਂ ਅੱਖਾਂ ਦੇ ਨਾਲ ਸਭ ਕੁਝ ਦੇਖ ਸਕਦੇ ਹਾਂ। ਪਰਮੇਸ਼ਵਰ ਨੇ ਰੋਸ਼ਨੀ ਦਿੱਤੀ, ਸਭ ਕੁਝ ਮੁਹੱਈਆ ਕੀਤਾ। ਤਾਂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਥੈਂਕ ਯੂ ਫਾਦਰ। ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਹੇ ਪਿਤਾ ਪਰਮੇਸ਼ਵਰ, ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਇਆ ਤੁਹਾਡਾ ਲੱਖਾਂ ਕਰੋੜਾਂ ਵਾਰੀ ਧੰਨਵਾਦ ਕਰਦੇ ਹਾਂ। ਅੱਜ ਦਾ ਨਵਾਂ ਦਿਨ ਦਿੱਤਾ, ਆਪਣੇ ਪਵਿੱਤਰ ਸਾਹ ਦਿੱਤੇ, ਕਿਰਪਾ ਦਾ ਦਾਨ ਬਖਸ਼ਿਆ ਔਰ ਆਪ ਸਾਨੂੰ ਸਾਰਿਆਂ ਨੂੰ ਇੱਥੇ ਆਪਣੀ ਪਵਿੱਤਰ ਹਜ਼ੂਰੀ ਦੇ ਵਿੱਚ ਲੈ ਕੇ ਆਏ ਹੋ। ਖੁਦਾਵੰਦ ਤੁਹਾਡੀ ਮਹਿਮਾ, ਤੁਹਾਡੀ ਸਤੁਤੀ ਕਰਨ ਆਏ ਹਾਂ। ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਜਿਸ ਤਰ੍ਹਾਂ ਤੁਸੀਂ ਵਚਨ 'ਚ ਲਿਖਿਆ ਕਿ ਦੇਖ ਯਹੋਵਾ ਕੀ ਦ੍ਰਿਸ਼ਟੀ ਸਾਰੀ ਪ੍ਰਿਥਵੀ ਤੇ ਇਸ ਲਈ ਫਿਰਦੀ ਰਹਿੰਦੀ ਹੈ ਕਿ ਜਿਹਦਾ ਮਨ ਉਹਦੇ ਵੱਲ ਨਿਸ਼ਕਪਟ ਰਹਿੰਦਾ ਹੈਗਾ, ਉਹਦੀ ਸਹਾਇਤਾ ਵਿੱਚ ਤੁਸੀਂ ਆਪਣੀ ਸਮਰਥ ਦਿਖਾਓ। ਮੇਰੇ ਫਾਦਰ ਹੋ ਖੁਦਾਵੰਦ, ਇਸ ਟਾਈਮ ਤੇ ਮੰਗਦੇ ਹਾਂ ਜਦੋਂ ਤੁਹਾਡੀ ਦ੍ਰਿਸ਼ਟੀ ਇਸ ਸਾਰੀ ਬੋਲ ਹੋਣ ਤਾਂ ਕਿ ਸਾਡੀ ਸਹਾਇਤਾ ਦੇ ਵਿੱਚ ਪਿਤਾ ਪਰਮੇਸ਼ਵਰ ਆਪਣੀ ਸਮਰਥ ਦਿਖਾਣ ਔਰ ਇਸ ਟਾਈਮ ਤੇ ਹਰ ਇੱਕ ਨੂੰ ਆਪਣੀ ਹਜ਼ੂਰੀ ਵਿੱਚ ਲੈ ਲੈਣ, ਕਵਰ ਕਰ ਲੈਣ ਆਪਣੀ ਹਜ਼ੂਰੀ ਵਿੱਚ, ਤਾਂ ਕਿ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ, ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ, ਹਰ ਤਰ੍ਹਾਂ ਦੀਆਂ ਲਾਚਾਰੀਆਂ ਤੋਂ ਸਭ ਨੂੰ ਛੁਟਕਾਰਾ ਮਿਲੇ ਮਸੀਹ ਯੀਸ਼ੂ ਦੇ ਨਾਮ 'ਚ ਔਰ ਤੁਹਾਡੇ ਨਾਮ ਦੀ ਮਹਿਮਾ ਹੋਏ। ਥੈਂਕ ਯੂ ਫਾਦਰ, ਪ੍ਰਭੂ ਯੀਸ਼ੂ ਦੇ ਨਾਮ 'ਚ ਆਮੀਨ। Amen. Praise the Lord. Let us worship God. All to Jesus I surrender, all to Him I freely give. I will ever love and trust Him, in His presence daily live. I surrender all, I surrender all to Thee, my blessed Savior. I surrender all to Jesus I surrender, humbly at His feet I bow. Worldly pleasures all forsaken, take me Jesus, take me now. I surrender all, I surrender all to Thee, my blessed Savior. I surrender all to Jesus I surrender. Make me Savior wholly Thine. May Thy Holy Spirit fill me. May I know Thy power divine. I surrender all, I surrender all to Thee, my blessed Savior. I surrender all. Amen. Amen. ਥੈਂਕ ਯੂ ਫਾਦਰ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਆਪਾਂ ਸਾਰਿਆਂ ਨੇ ਜੋ ਵਰਸ਼ਿਪ ਸੌਂਗ ਗਾਇਆ, ਜੇ ਆਪਾਂ ਕਹਿੰਦੇ ਹਾਂ ਕਿ ਆਈ ਸਰੈਂਡਰ ਆਲ ਮੀਨਸ ਜਿਹੜੇ ਵੀ ਹਾਲਾਤ ਹੈ ਪਰਮੇਸ਼ਵਰ ਤੈਨੂੰ ਸੌਂਪਦੇ ਆ। ਤੂੰ ਮਾਲਿਕ ਹੈ, ਤੂੰ ਹੀ ਨਿਆਂ ਦੇ ਤਖਤ ਤੇ ਵਿਰਾਜਮਾਨ ਹੈ। ਤੇਰਾ ਧੰਨਵਾਦ। ਜਿਸ ਹਾਲਾਤ ਵਿੱਚ ਉਹਨੇ ਰੱਖਿਆ ਹੈਗਾ, ਪਰ ਇਹ ਹੈ ਕਿ ਹਾਲਾਤ ਜਿਹੜੇ ਸਾਡੇ ਤੇ ਉਹਦੀ ਪਰਮਿਸ਼ਨ ਦੇ ਨਾਲ ਆਏ ਹੈ,
विश्वासी जन ਦੀ ਜ਼ਿੰਦਗੀ 'ਚ ਕੋਈ ਵੀ ਮਸੀਹ ਯੀਸ਼ੂ ਦੇ ਪਿਤਾ ਪਰਮੇਸ਼ਵਰ ਦੀ ਪਰਮਿਸ਼ਨ ਤੋਂ ਬਿਨਾ ਕੋਈ ਚੀਜ਼ ਨਹੀਂ ਆ ਸਕਦੀ, ਉਹਨਾਂ ਦੇ ਪ੍ਰੈਜ਼ੈਂਸ ਤੋਂ ਬਿਨਾ ਕੋਈ ਚੀਜ਼ ਨਹੀਂ ਆ ਸਕਦੀ। ਇਸ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਹਾਲਾਤਾਂ ਵਿੱਚ ਰੱਖਿਆ ਹੈਗਾ, ਪਰਮੇਸ਼ਵਰ ਦਾ ਸ਼ੁਕਰ ਹੈ, ਉਹਦੇ 'ਚੋਂ ਕੱਢਣ ਦੀ ਵੀ ਸਾਮਰਥ ਉਸਦੀ ਹੈ ਔਰ ਉਸ ਸਿਖਾਉਣ ਦੇ ਸਭ ਕੁਝ ਉਸੇ ਪਰਮੇਸ਼ਵਰ ਦਾ ਹੀ ਹੈ। जिमें वचन च लिखा है गिनतियां दी बुक च याजकों के आशीर्वाद देने की विधि। इहदे विच लिखा, फिर यहोवा ने मूसा से कहा, हारून और उसके पुत्रों से कह कि तुम इजराइलियों को इन वचनों से आशीर्वाद दिया करना, यहोवा तुझे आशीष दे और तेरी रक्षा करे, यहोवा तुझ पर अपने मुख का प्रकाश चमकाए, तुझ पर अनुग्रह करे, यहोवा अपना मुख तेरी ओर करे और तुझे शांति दे, इस रीति वे मेरे नाम को इजराइलियों पर रखे और मैं उन्हें आशीष दिया करूंगा। आज पिता परमेश्वर दे इस वचन है, क्योंकि उन्होंने क्या इस रीति नाल जे असीं मनदे आ कि परमेश्वर ने सानू अपने याजक बनाया है और उन्होंने दिता है कि इस तरीके नाल असीं इजराइलियां नू जदों असीं इस नाम नू प्रचार करांगे ਤਾਂ ਪਰਮੇਸ਼ਵਰ ਕਹਿੰਦੇ, ਪਰਮੇਸ਼ਵਰ ਯਹੋਵਾ ਕਹਿੰਦੇ ਮੈਂ ਆਸ਼ੀਸ਼ ਦੇਵਾਂਗਾ। ਇਸ ਪਰਮੇਸ਼ਵਰ ਦੇ ਵਚਨ ਦੇ ਲਈ ਧੰਨਵਾਦ ਕਰਦੇ ਹਾਂ। ਇਸ ਵਚਨ ਨੂੰ ਮੰਨਦੇ ਹੋਏ ਇਨ ਓਬੀਡੀਐਂਸ ਟੂ ਦ ਵਰਡ ਆਫ ਗॉड ਅੱਜ ਆਪਾਂ ਇਸ ਵਰਸ਼ਿਪ ਸੌਂਗ ਨੂੰ ਗਾਉਂਦੇ ਹਾਂ ਔਰ ਯਾਜਕ ਵੱਲੋਂ ਜਿਵੇਂ ਪਰਮੇਸ਼ਵਰ ਨੇ ਕਿਹਾ, ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹਨਾਂ ਦੇ ਵਚਨ ਨੂੰ ਅਸੀਂ ਮੰਨਣ ਲੱਗਿਆ ਤੇ ਪਰਮੇਸ਼ਵਰ ਨੇ ਕਿਹਾ ਮੈਂ ਆਸ਼ੀਸ਼ ਦਿਆਂਗਾ, ਮਤਲਬ ਪਰਮੇਸ਼ਵਰ ਦੇਣਗੇ। ਸੋ ਪਰਮੇਸ਼ਵਰ ਦਾ ਸ਼ੁਕਰ ਹੈ। यहोवा को आशीष दे, यहोवा तुझको आशीष दे, आशीष दे, आशीष दे, यहोवा तुझको आशीष दे। आशीष दे तेरी रक्षा करे, आशीष दे तेरी रक्षा करे, यहोवा तुझको आशीष दे, यहोवा तुझको आशीष दे। अपने मुख का प्रकाश तुझ पर चमकाए, यहोवा अपने मुख का प्रकाश तुझ पर चमकाए, यहोवा तुझको आशीष दे, यहोवा तुझको आशीष दे, आशीष दे तेरी रक्षा करे, यहोवा तुझको आशीष दे। अनुग्रह करे मुख तेरी ओर करे, अनुग्रह करे मुख तेरी ओर करे, यहोवा अनुग्रह करे मुख तेरी ओर करे, यहोवा तुझको आशीष दे, यहोवा तुझको आशीष दे, आशीष दे तेरी रक्षा करे, यहोवा तुझको आशीष दे। अनुग्रह करे तुझको शांति दे, यहोवा अनुग्रह करे तुझको शांति दे, यहोवा तुझको आशीष दे, यहोवा तुझको आशीष दे, आशीष दे तेरी रक्षा करे, आशीष दे तेरी
रक्षा करे। यहोवा तुझको आशीष दे, यहोवा तुझको आशीष दे, यहोवा तुझको आशीष दे, यहोवा हमको आशीष दे। थैंक यू फादर, थैंक यू लॉर्ड, थैंक यू जीसस ओ गॉड। फादर ਤੁਹਾਡੇ ਇਸ ਵਚਨ ਤੇ ਵਿਸ਼ਵਾਸ ਕਰਕੇ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ। ਤੁਹਾਡੇ ਵਚਨ ਤੇ ਵਿਸ਼ਵਾਸ ਕੀਤਾ ਖੁਦਾਵੰਦ, ਔਰ ਤੁਹਾਡੇ ਵਚਨ ਤੇ ਵਿਸ਼ਵਾਸ ਕਰਕੇ ਜੋ ਇਹ ਵਰਸ਼ਿਪ Song ਪਿਤਾ ਪਰਮੇਸ਼ਵਰ ਤੁਹਾਡੀ ਕਿਰਪਾ ਦੇ ਨਾਲ ਅੱਜ ਤੁਹਾਡੇ ਬੱਚਿਆਂ ਤੱਕ ਇਹ ਵਚਨ ਪਹੁੰਚਿਆ ਹੈਗਾ ਖੁਦਾਵੰਦ। ਤੁਹਾਡਾ ਵਚਨ ਤੁਸੀਂ ਵਿਸ਼ਵਾਸਯੋਗ ਪਰਮੇਸ਼ਵਰ ਹੋ ਖੁਦਾਵੰਦ। ਤੁਸੀਂ ਕਿਹਾ ਕਿ ਮੈਂ ਆਸ਼ੀਸ਼ ਦਿਆਂਗਾ, ਮਤਲਬ ਤੁਸੀਂ ਦਿੱਤੀ ਹੈ ਖੁਦਾਵੰਦ। ਅਸੀਂ ਰਿਸੀਵ ਕਰਦੇ ਹਾਂ ਉਸ ਹਰ ਆਸ਼ੀਸ਼ ਨੂੰ ਜਿਹੜੀ ਤੁਸੀਂ ਇਸ ਟਾਈਮ ਤੇ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਤੇ ਬੌਛਾਰ ਕੀਤੀ ਹੈ ਖੁਦਾਵੰਦ, ਬਹੁਤਾਇਤ ਵਿੱਚ ਦਿੱਤੀ ਹੈ। ਸਭ ਦੇ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਫਾਦਰ। ਇਸ ਟਾਈਮ ਤੇ ਜੋ ਵਚਨ ਤੁਸੀਂ ਸਾਡੇ ਲਈ ਭੇਜਿਆ ਉਸ ਕਿਰਪਾ ਦੇ ਲਈ ਵੀ, ਉਸ ਆਸ਼ੀਸ਼ ਦੇ ਲਈ ਵੀ ਫਾਦਰ ਇਨ ਐਡਵਾਂਸ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਮੰਗਦੇ ਹਾਂ ਖੁਦਾਵੰਦ ਕਿ ਆਪਣੀ ਪਵਿੱਤਰ ਹਜ਼ੂਰੀ 'ਚ ਉਹ ਗॉड ਸਾਡੇ ਕੰਨਾਂ ਨੂੰ ਖੋਲੋ, ਦਿਲਾਂ ਨੂੰ ਖੋਲੋ, ਤਾਂ ਕਿ ਵਚਨ ਅੱਛੀ ਗਰਾਊਂਡ ਤੇ ਗਿਰੇ ਔਰ 100 ਗੁਣਾ ਫਲ ਆਏ ਔਰ ਤੁਹਾਡੇ ਨਾਮ ਦੀ ਮਹਿਮਾ ਹੋਏ। ਥੈਂਕ ਯੂ ਫਾਦਰ, ਇਨ ਜੀਸਸ ਨੇਮ, ਆਮੇਨ ਆਮੇਨ। ਪ੍ਰੇਜ਼ ਦੀ ਲਾਰਡ ਸਾਰਿਆਂ ਨੂੰ, ਸਾਰਿਆਂ ਦਾ ਪਰਮੇਸ਼ਵਰ ਦੇ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਹੀ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਜਿਵੇਂ ਰੋਜ਼ ਕਹਿੰਦੇ ਆ ਕਿ ਸਾਡਾ ਜਿਹੜਾ ਇੱਕੋ ਆਬਜੈਕਟਿਵ ਹੈਗਾ ਕਿ ਜ਼ਿਆਦਾ ਤੋਂ ਜ਼ਿਆਦਾ ਭੈਣ ਭਰਾ ਪਰਮੇਸ਼ਵਰ ਦੇ ਨਾਲ ਜੁੜ ਸਕਣ। ਅਸੀਂ ਉਸ ਤਰ੍ਹਾਂ ਨਾਲ ਜੁੜੀਏ ਜਿਸ ਤਰ੍ਹਾਂ ਅਸੀਂ ਠੀਕ ਸਮਝਦੇ ਹਾਂ। ਅਸੀਂ ਉਸ ਤਰ੍ਹਾਂ ਜੁੜੀਏ ਜਿਸ ਤਰ੍ਹਾਂ ਪਰਮੇਸ਼ਵਰ ਸਾਨੂੰ ਜੁੜਨ ਨੂੰ ਕਹਿੰਦੇ ਨੇ। ਅਸੀਂ ਕੱਲ ਜਿਵੇਂ ਦੇਖਿਆ ਸੀ ਕਿ ਹਰ ਰੋਜ਼ ਪਰਮੇਸ਼ਵਰ ਸਾਨੂੰ ਇੱਕ ਨਵਾਂ ਦਿਨ ਦਿੰਦਾ ਹੈ। ਕਿਸ ਵਾਸਤੇ ਦਿੰਦਾ ਹੈ? ਕਿ ਸਾਡੀ ਇੱਕ ਨਵੀਂ ਸੋਚ ਹੋਵੇ। ਜਿਵੇਂ ਇੱਕ ਵਰਡ ਹੈਗਾ ਉਮੰਗ। ਜਦੋਂ ਆਪਾਂ ਚੱਲ ਰਹੇ ਹੁੰਨੇ ਆ ਤੇ ਲੋਕ ਅਲੱਗ-ਅਲੱਗ ਤਰੀਕਿਆਂ ਦੀ ਚਾਲ ਹੁੰਦੀ ਹੈ ਲੋਕਾਂ ਦੀ। ਕਈ ਲੋਕ ਆਮ ਜਾ ਰਹੇ ਹੁੰਦੇ ਨੇ, ਕਈ ਲੋਕਾਂ ਦੇ ਪੈਰ ਜਿਹੜੇ ਹੁੰਦੇ ਨੇ, ਜਿਹਨੂੰ ਆਪਾਂ ਵਰਡ ਯੂਜ਼ ਕਰਦੇ ਹਾਂ ਕਿ ਬੋਝਲ ਹੁੰਦੇ ਨੇ, ਬੜੇ ਥੱਕੇ ਹੋਏ ਪਰੇਸ਼ਾਨ ਹੁੰਦੇ ਨੇ। ਤੇ ਕਈ ਲੋਕਾਂ ਦੇ ਪੈਰਾਂ ਵਿੱਚ ਕੀ ਹੁੰਦਾ, ਇੰਗਲਿਸ਼ ਦਾ ਇੱਕ ਸੈਂਟੈਂਸ ਹੈਗਾ, देयर इज अ सॉन्ग इन देयर फीट। ਉਹਨਾਂ ਦੇ ਚੱਲਣ ਵਿੱਚ ਇੱਕ ਗੀਤ ਹੁੰਦਾ ਹੈ। ਮਤਲਬ ਉਹਨਾਂ ਦਾ ਅੰਦਾਜ਼ ਇਸ ਤਰ੍ਹਾਂ ਹੁੰਦਾ ਹੈ ਜਿਹੜਾ ਦੱਸਦਾ ਹੈ ਕਿ ਉਹ ਜ਼ਿੰਦਗੀ ਦੇ ਮਜ਼ੇ ਲੈ ਰਹੇ ਨੇ, ਜ਼ਿੰਦਗੀ ਦਾ ਆਨੰਦ ਬਣਾ ਰਹੇ ਨੇ। ਤੇ ਮੇਰਾ ਵਿਸ਼ਵਾਸ ਹੈ ਜਿੰਨੇ ਆਪਾਂ ਪ੍ਰਭੂ ਦੇ ਮੰਨਣ ਵਾਲੇ ਲੋਕ ਹੈਗੇ ਆ, ਆਪਣੇ ਆਪ ਨੂੰ ਰੋਜ਼ ਪਰਖੀਏ, ਜਾਂਚੀਏ ਕਿ ਜਦੋਂ ਮੈਂ ਕਿਧਰੇ ਜਾ ਰਿਹਾ, ਕਿਆ ਮੇਰੇ ਪੈਰਾਂ 'ਚ ਉਮੰਗ ਹੈਗੀ ਹੈ? ਕਿਆ ਮੇਰੇ ਦਿਲ 'ਚ ਖੁਸ਼ੀ ਹੈਗੀ ਹੈ? ਜੇ ਨਹੀਂ ਹੈਗੀ ਤੇ ਸਾਨੂੰ ਆਪਣੇ ਆਪ ਨੂੰ ਟਟੋਲਣ ਦੀ ਜ਼ਰੂਰਤ ਹੈ, ਦੇਖਣ ਦੀ ਜ਼ਰੂਰਤ ਹੈ। ਪਰਮੇਸ਼ਵਰ ਦੇ ਬੇਟੇ ਦੇ ਬੇਟੀਆਂ, ਪਰਮੇਸ਼ਵਰ ਸਾਡਾ ਰਾਜਾ ਹੈਗਾ, ਸੈਨਾओं का ਯਹੋਵਾ। ਅਸੀਂ ਉਹਨਾਂ ਦੇ ਰਾਜਕੁਮਾਰ ਤੇ ਰਾਜਕੁਮਾਰੀਆਂ ਹੈਗੇ ਆ। ਪਰ ਮੈਂ ਦੇਖਣਾ ਬਹੁਤ ਸਾਰੇ ਲੋਕ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੇ। ਉਹ ਉਹਨਾਂ ਦੇ ਜੀਵਨ ਵਿੱਚ ਉਦਾਸੀ ਭਰੀ ਪਈ ਹੈ, ਥਕਾਵਟ ਭਰੀ ਪਈ ਹੈ, ਬੋਝ ਦੇ ਨਾਲ ਦੱਬੇ ਹੋਏ ਨੇ। ਉਹਨਾਂ ਚੋਂ ਕੁਝ ਲੋਕ ਤਾਂ ਐਸੇ ਨੇ ਜਿਹੜੇ ਕਿ ਐਸੇ ਹਾਲਾਤ ਤੋਂ ਨਿਕਲ ਰਹੇ ਨੇ। ਮੰਨ ਲਓ ਕਿਸੇ ਦੇ ਘਰ ਕੋਈ ਬਿਮਾਰੀ ਹੈਗੀ ਹੈ, ਕਿਸੇ ਦੇ ਘਰ ਤੰਗੀ ਹੈਗੀ ਹੈ। ਪਰ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਇਹ ਦੋ ਚੀਜ਼ਾਂ ਨਹੀਂ ਹੈਗੀਆਂ, ਉਹਨਾਂ ਦੇ ਵੀ ਮਨ ਵਿੱਚ ਕੋਈ ਖੁਸ਼ੀ ਨਜ਼ਰ ਨਹੀਂ ਆਉਂਦੀ, ਉਹਨਾਂ ਦੇ ਚਾਲ ਢਾਲ ਵਿੱਚ ਕੋਈ ਨਵੀਂ ਚੀਜ਼ ਨਜ਼ਰ ਨਹੀਂ ਆਉਂਦੀ। ਪਰ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ ਕਿ ਸਾਨੂੰ ਤਾਂ ਹਰ ਟਾਈਮ ਆਨੰਦ ਮਨਾਉਣਾ ਚਾਹੀਦਾ। ਪੌਲੁਸ ਕਹਿੰਦਾ ਪ੍ਰੇਅਰ ਵਿਦਾਊਟ ਸੀਜ਼ਿੰਗ, ਬਿਨਾ ਰੁਕੇ ਹੋਏ ਪ੍ਰਾਰਥਨਾ ਕਰੋ।
ਤੇ ਪ੍ਰਾਰਥਨਾ ਅਸੀਂ ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਵਿਸ਼ਵਾਸ ਹੈਗਾ ਕਿ ਅਸੀਂ ਜਿੰਨੇ ਅੱਗੇ ਪ੍ਰਾਰਥਨਾ ਕਰ ਰਹੇ ਹਾਂ, ਜਿਨ੍ਹਾਂ ਦੇ ਨਾਮ ਦੀ ਪ੍ਰਾਰਥਨਾ ਕਰ ਰਹੇ ਹਾਂ, ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਉਹ ਕੋਈ ਮੂਰਤੀ ਨਹੀਂ ਹੈ, ਕੋਈ ਪੱਥਰ ਨਹੀਂ ਹੈ, ਕੋਈ ਸਾਡੀ ਸੋਚ ਨਹੀਂ ਹੈਗੀ। ਉਹ ਅਸਲੀਅਤ ਹੈਗਾ, ਉਹ ਰਿਐਲਿਟੀ ਹੈਗਾ, ਉਹ ਕੀ ਕਹਿੰਦੇ ਨੇ, ਜ਼ਿੰਦਾ ਹੈਗਾ। ਵੀ ਸਰਵ ਅ ਲਿਵਿੰਗ ਗਾਡ। ਸੋ ਤੁਹਾਡਾ ਨਜ਼ਰੀਆ, ਤੁਹਾਡਾ ਬਾਡੀ ਲੈਂਗੁਏਜ, ਤੁਹਾਡਾ ਗੱਲ ਕਰਨ ਦਾ ਤਰੀਕਾ, ਤੁਹਾਡਾ ਚੱਲਣ ਦਾ ਤਰੀਕਾ ਕੀ ਹੈਗਾ, ਉਸ ਦੇ ਨਾਲ ਮੇਲ ਖਾਣਾ ਚਾਹੀਦਾ। ਕਿਉਂਕਿ ਤੁਸੀਂ ਜਿੱਥੇ ਵੀ ਜਾਂਦੇ ਹੋ, ਜਿਵੇਂ ਜਿਸ ਨਾਲ ਵੀ ਗੱਲ ਕਰਦੇ ਹੋ, ਯੂ ਆਰ ਰਿਪਰੈਜ਼ੈਂਟਿੰਗ ਕ੍ਰਾਈਸਟ ਇਨ ਦਿਸ ਵਰਲਡ। ਅਸੀਂ ਪਰਮੇਸ਼ਵਰ ਦੇ ਅੱਖਾਂ, ਹੱਥ, ਪੈਰ ਤੇ ਬੋਲ ਹੈਗੇ ਆ। ਕਿਸੇ ਨੇ ਬੜੀ ਖੂਬਸੂਰਤ ਗੱਲ ਕਹੀ ਸੀ ਕਿ ਯੂ ਮੇ ਬੀ ਦਾ ਓਨਲੀ ਕ੍ਰਾਈਸਟ ਪੀਪਲ ਮਾਈਟ ਸੀ ਇਨ देयर ਲਾਈਫ। ਮਤਲਬ ਇਹ ਕਿ ਜਦੋਂ ਅਸੀਂ ਜਾ ਕੇ ਗੱਲ ਕਰਦੇ ਆ, ਜੇ ਸਾਡੇ ਆਪ ਹੀ ਸਾਡੀ ਚੁਰੀਆਂ ਉੱਡੀ, ਆਪਣਾ ਹਵਾਈਆਂ ਉੱਡੀਆਂ ਹੋਈਆਂ ਨੇ, ਜੇ ਆਪ ਹੀ ਸਾਡੇ ਚਿਹਰੇ ਤੇ ਰੌਣਕ ਨਹੀਂ ਹੈਗੀ, ਤੇ ਕਿਸੇ ਨੂੰ ਕੀ ਜਾ ਕੇ ਦੱਸਾਂਗੇ? ਉਹ ਕਹੇਗਾ ਪਹਿਲੇ ਆਪਣੀ ਸ਼ਕਲ ਦਾ ਵੇਖ। ਤੇਰੀ ਸ਼ਕਲ ਤੇ ਤਾਂ 12 ਵਜੇ ਤੇ ਮੈਨੂੰ ਤੂੰ ਕਹਿੰਦਾ ਕਿ ਮੈਂ ਤੁਹਾਨੂੰ ਗੁੱਡ ਨਿਊਜ਼ ਦੇਣ ਆਇਆ, ਸ਼ੁਭ ਸਮਾਚਾਰ ਦੇਣ ਆਇਆ। ਕਈ ਲੋਕ ਜਦੋਂ ਪ੍ਰਚਾਰ ਕਰ ਰਹੇ ਹੁੰਦੇ ਨੇ, ਇਸ ਤਰ੍ਹਾਂ ਕਰ ਰਹੇ ਹੁੰਦੇ ਨੇ ਜਿਵੇਂ ਉਹ ਸ਼ਰਮਿੰਦਾ ਨੇ ਕਰਨ। ਸਮਝੋ ਵੀ ਤੁਸੀਂ ਕਿਹਨੂੰ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਕਿਹਦੇ ਪ੍ਰਤੀਨਿਧੀ ਹੈਗੇ ਹੋ, ਕਿਹਦੇ ਐਂਬੈਸਡਰ ਹੈਗੇ ਹੋ। ਉਸ ਤਰ੍ਹਾਂ ਆਪਣਾ ਜੀਵਨ ਜਿਓ। ਕਿਉਂ ਜਿਹੜੀ ਸਾਡੀ ਸਮਰਥੀ ਅਸੀਂ ਜੀਵਨ ਨਹੀਂ ਜਿੰਦੇ। ਜਿਸ ਤੱਕ ਅਸੀਂ ਆਪਣੀ ਸਮਰਥੀ ਜੀਵਨ ਜਿੰਨੇ ਆ, ਤਾਂ ਤੱਕ ਸਾਡੀ ਜ਼ਿੰਦਗੀ ਵਿੱਚ ਹਾਰ ਪੱਕੀ ਹੈ। ਪਰ ਜਦੋਂ ਅਸੀਂ ਪਰਮੇਸ਼ਵਰ ਦੀ ਸਮਰਥੀ ਜੀਵਨ ਜੀਨੇ ਆ, ਫਿਰ ਸਾਡੀ ਜਿੱਤ ਵੀ ਪੱਕੀ ਹੈ। ਇਸ ਕਰਕੇ ਐਵਰੀ ਡੇ ਗॉड ਇਜ਼ ਮਰਸੀਫੁਲ ਕਿ ਉਹਨਾਂ ਤੁਹਾਨੂੰ ਇੱਕ ਨਵਾਂ ਦਿਨ ਦਿੱਤਾ ਜੀਣ ਵਾਸਤੇ। ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਅੱਜ ਦਾ ਦਿਨ ਨਹੀਂ ਲਿਖਿਆ ਹੋਇਆ ਸੀ, ਪਰ ਤੁਹਾਡੀ ਤੇ ਮੇਰੀ ਜ਼ਿੰਦਗੀ ਜੇ ਅੱਜ ਦਾ ਦਿਨ ਰੱਬ ਨੇ ਦੇਤਾ, ਤੇ ਅਸੀਂ ਉਹਦੇ ਕੀ ਛੱਲੇ ਉਡਾਉਂਦੇ ਪਏ ਆ, ਅਸੀਂ ਉਹਦਾ ਕੀ ਫਾਇਦਾ ਚੱਕਦੇ ਪਏ ਆ। ਅਸੀਂ ਰੱਬ ਨੂੰ ਉਹਦਾ ਕੀ ਕਹਿ ਰਿਹਾ, ਰੱਬ ਕਹਿੰਦਾ ਵੀ ਇਹਨਾਂ ਨੂੰ ਮੈਂ ਕੀ ਚੰਗਾ ਕੀਤਾ ਨਵਾਂ ਦਿਨ ਦੇ ਕੇ, ਇਹ ਤਾਂ ਉਵੇਂ ਹੀ ਟੱਠੇ ਫਿਰਦੇ ਨੇ। ਇਸ ਕਰਕੇ ਆਪਾਂ ਕਿੰਨੀ ਸ਼ਕਤੀ ਬਲਵੰਤ ਹੋਣਾ ਹੈ, ਪਰਮੇਸ਼ਵਰ ਦੀ ਸ਼ਕਤੀ ਬਲਵੰਤ ਹੋਣਾ ਹੈ। ਸਾਡਾ ਸੁਭਾਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਵਚਨ ਦੱਸਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕੋਈ ਰਾਕਟ ਸਾਇੰਸ ਨਹੀਂ ਹੈਗੀ। Our nature should reflect the nature of Lord Jesus Christ. ਉਹਨਾਂ ਨੇ ਜ਼ਮੀਨ ਤੇ ਤਈਓ ਜਨਮ ਲਿਆ ਕਿਉਂਕਿ ਅਸੀਂ ਉਹਨਾਂ ਦੇ ਜੀਵਨ ਨੂੰ ਡੁਪਲੀਕੇਟ ਕਰ ਸਕੀਏ। ਜਿਵੇਂ ਉਹਨਾਂ ਨੇ ਜੀਵਨ ਜੀਆ, ਸਾਡਾ ਜੀਵਨ ਵੀ ਉਸ ਤਰ੍ਹਾਂ ਹੋਣਾ ਚਾਹੀਦਾ। ਕਿਸੇ ਦੇ ਘਰ ਜਾ ਕੇ ਸ਼ੁਭ ਸਮਾਚਾਰ ਦਈਏ तो उन्हें लगना चाहिए भी यह शुभ समाचार देने वाला बंदा भी वो समाचार की खुशी विच अपना जीवन आनंद मना रहा है। इस करके अपने आप को रोज तैयार करो, सोचो कि मैं जिन्हों रिप्रेजेंट कर रहा क्या मैं उनके तरह बिहेव करने की कोशिश कर रहा। जे कोशिश करा, जे एक शब्द कोशिश थोड़े दिल च आ जाएगा, फिर परमेश्वर जरूर मदद करेंगे। पर जे थोड़े दिल च इच्छा ही नहीं हैगी, फिर बहुत मुश्किल काम है, बहुत मुश्किल काम है। ऐस करके रोज जो सवेरे उठते हो, सब तो पहले रब दा शुक्र करो क्योंकि उनकी दया नाल ही तुसी ते मैं आज दा दिन देख पाए। फिर वचन पढ़ो तो देखो कि परमेश्वर ने अपना जीवन किस तरह जिया। फिर उन्होंने आप डुप्लीकेट करना है, कोई रॉकेट साइंस नहीं हैगी, कोई औखा काम नहीं होंगे, उससे कोई
PhD या कॉलेज जाने की लोड़ नहीं है, कोई सेमिनरी जाने की लोड़ नहीं है, क्योंकि परमेश्वर ने कहा अपने वचन विच कि मेरे हुक्म जिहड़े हैगे ने वो बोझिल नहीं है। आज असी कैसा अपना परमेश्वर के वचन जो ऐसी गजब की चीज सीखांगे जिहड़ा साडा जीवन बदल देगी। आज का टॉपिक हैगा लॉर्ड आई विल गो वेयर यू टेक मी, कि परमेश्वर मैं जिथे तुसी भेजोगे मैं उत्थे जावांगा। हुण बहुत सारे बंदे सवाल सोचेंगे दिमाग विच कि बंदा किधर रब ने जान नूं किया ही नहीं तो मैं कित्थे जाना। फिर पढ़ो वचन पढ़ो, रब दसेगा तुहानूं की करना चाहिए, क्योंकि रब ने अपना वचन दे के तुहानूं सब कुछ देता है। पर पढ़ना किन्ने हैगा, असी पढ़ना है। समझना किन्ने हैगा, असी समझना है। समझाना किन्ने हैगा, परमेश्वर ने समझाना है। पर उनके वास्ते सानू की अपने आप नूं दीन करके अपने दिमाग नूं संसार दिया सोचा परेशानियां तो हटा के कम से कम अद्धा पौना घंटा था जिन्हें तुहानूं 24 घंटे दिते ने। रब तां कहंदा 10% दिओ, 2 घंटे 40 मिनट रोज दिओ, थोड़ा टाइम तो दिओ रब नूं। पर जो टाइम तुसी दिओ वो टाइम विच बाकी सारी खिड़कियां दरवाजे बंद कर दिओ, सारिया सोचां नूं छड्ड दिओ थोड़ी देर वास्ते। फिर देखो रब तुहानूं किवें रस्ते लगांदे ने। अज का जिहड़ा प्रचार है तुहानूं पता लग जाएगा मैं सारी गल्लां क्यों कह रहा ना, की सच्चाई है तुहानूं आप समझ आएगा। अज का वचन असी पुराने नियम दा विचों बुक ऑफ रूथ तो लिया, सिर्फ उनके 4 चैप्टर है ने। बड़ी सिंपल जी गल दसी है परमेश्वर ने, उनके बड़ी सधारण जी गल दसी है, पर उस गल परमेश्वर ने की है, उनदे विच प्यार हैगा, उनदे डिवोशन हैगी है, निष्ठा हैगी है, लगन हैगी है, भक्ति दा भाव हैगा, दूसरे दे प्रति दर्द हैगा। की सब्जी रूट फूल ਉਹਦੇ ਕੀ ਹੈਗਾ, ਛੁਟਕਾਰਾ ਹੈਗਾ। रूथ ਦੀ ਜਿਹੜੀ ਸਟੋਰੀ ਸ਼ੁਰੂ ਹੁੰਦੀ ਹੈ ਕਿ ਬੈਥਲਹਮ ਇੱਕ ਸ਼ਹਿਰ ਸੀਗਾ ਜੂਡਾ ਵਿੱਚ। ਹੁਣ ਦੇਖੋ ਬੈਥਲਹਮ ਦਾ ਮਤਲਬ ਹੈ ਹਾਊਸ ਆਫ ਬ੍ਰੈਡ, ਰੋਟੀ ਦਾ ਘਰ। पर परमेश्वर का वचन की दसदा है कि बैथलहम में एक टाइम ते अकाल पै गया। 1:6 पढ़ दो। तब वह मोआब के देश में यह सुनकर कि यहोवा ने अपनी प्रजा के लोगों की सुधि लेके उन्हें भोजन वस्तु दी है, उस नहीं। ओके कैन वी विल ओके रिटर्न दैट। पहला पढ़ो, पहले दो पढ़ो। जिन दिनों में न्यायी लोग न्याय करते थे पीरियड, उन दिनों में देश में अकाल पड़ा। यस। तब यहूदा के बैतलहम का एक पुरुष अपनी स्त्री और दोनों पुत्रों को संग लेकर मोआब के देश में परदेशी होकर रहने के लिए चला। और टाइम दस रहे ने उस टाइम ते जरा परमेश्वर दा घर सी बैथलहम सीगा, जिन्हों की हाउस ऑफ ब्रेड कहने आ, उत्थे अकाल पिया।
ਅੱਜ ਕੱਲ ਵੀ ਉਹੀ ਚੀਜ਼ ਆਪਣਾ ਕਈ ਵਾਰੀ ਹੁੰਦੀ ਹੈ। ਕਈ ਵਾਰੀ ਜਦੋਂ ਅਸੀਂ ਪਰਮੇਸ਼ਵਰ ਦੀ ਕਲੀਸਿਆ ਚਾਹੁੰਦੇ ਆ, ਉਦੋਂ ਸਾਨੂੰ ਥੋੜੀ ਬਹੁਤ ਤਕਲੀਫ ਸ਼ੁਰੂ ਹੁੰਦੀ ਹੈ। ਅਸੀਂ ਕਹਿੰਦੇ ਹਾਂ ਅਸੀਂ ਤਾਂ ਜਿੱਥੇ ਪਹਿਲੇ ਸੀਗੇ ਉੱਥੇ ਚੰਗੇ ਸੀਗੇ, ਇੱਥੇ ਕਿੱਥੇ ਆ ਕੇ ਫਸ ਗਏ ਅਸੀਂ। That is a test for you. ਪਰਮੇਸ਼ਵਰ ਜੇ ਤੁਹਾਨੂੰ ਆਪਣਾ ਸਿਪਾਹੀ ਬਣਾ ਰਿਹਾ ਹੈ, he is making you soldier. So soldier has to go through some training, some hardship. ਪਰ ਅਸੀਂ ਕੀ ਹੈਗਾ, ਉੱਥੇ ਹਥਿਆਰ ਛੱਡ ਦਿੰਦੇ ਹਾਂ। ਅਸੀਂ ਪਰਮੇਸ਼ਵਰ ਦੀ ਗੱਲਾਂ ਤੇ ਭਰੋਸਾ ਨਹੀਂ ਕਰਦੇ, ਅਸੀਂ ਆਪਣੇ ਹਾਲਾਤਾਂ ਤੇ ਵਿਸ਼ਵਾਸ ਕਰਨੇ ਆ। ਤੇ ਜਿਹੜਾ ਰੂਥ ਦੀ ਕਿਤਾਬ ਪੁਸਤਕ ਹੈਗੀ ਹੈ, ਉਹਦੇ ਤੋਂ ਸ਼ੁਰੂ ਹੁੰਦੀ ਹੈ। ਇੱਕ ਪਰਿਵਾਰ ਸੀਗਾ, ਹਸਬੈਂਡ ਵਾਈਫ ਤੇ ਉਹਨਾਂ ਦੇ 2 ਮੁੰਡੇ ਸੀਗੇ ਜਵਾਨ। ਜਦੋਂ ਥੋੜਾ ਜੀ ਉੱਥੇ ਤਕਲੀਫ ਆਈ ਬੈਥਲਹਮ ਵਿੱਚ ਪਰਮੇਸ਼ਵਰ ਦੇ ਘਰ ਵਿੱਚ, ਤੇ ਉਹਨਾਂ ਨੇ ਕਿਹਾ ਅਸੀਂ ਕਾਹਨੂੰ ਉੱਥੇ ਆਪਣਾ ਪਰੇਸ਼ਾਨ ਹੋਈਏ, ਲੈਟ ਅਸ ਗੋ ਟੂ ਅ ਡਿਫਰੈਂਟ ਪਲੇਸ। ਤੇ ਉਹ ਜਗ੍ਹਾ ਛੋੜ ਕੇ ਤੇ ਦੂਸਰੀ ਜਗ੍ਹਾ ਚਲੇ ਗਏ। ਉਹ ਵੀ ਬਹੁਤ ਸਾਰੇ ਲੋਕ ਕੀ ਕਰਦੇ ਨੇ, ਥੋੜੀ ਜੀ ਚੁੰਡੀ ਵੱਢੀ ਜਾਂਦੀ ਹੈ, ਥੋੜੀ ਜੀ ਪਰੇਸ਼ਾਨੀ ਆਂਦੀ ਹੈ। ਉਹ ਪਰੇਸ਼ਾਨੀ ਕੀ ਆਂਦੀ ਹੈ, ਜਦੋਂ ਤੁਹਾਨੂੰ ਆਪਣਾ ਇਨਕਾਰ ਕਰਨਾ ਪੈਂਦਾ ਹੈ। ਉਹ ਸਭ ਤੋਂ ਔਖੀ ਚੀਜ਼ ਹੈਗੀ ਹੈ। ਜਦੋਂ ਰੱਬ ਕਹਿੰਦੇ ਵੀ ਜਿਹੜੀ ਚੀਜ਼ ਤੂੰ ਇੰਨੇ ਟਾਈਮ ਤੋਂ ਕਰਦਾ ਆ ਰਿਹਾ ਉਹਨੂੰ ਕਰਨਾ ਬੰਦ ਕਰ ਦੇ, ਕਿਉਂਕਿ ਉਹ ਠੀਕ ਨਹੀਂ ਹੈਗੀ। ਪਰ ਆਪਾਂ ਵਾਸਤੇ ਉਹ ਬੜਾ ਔਖਾ ਕੰਮ ਹੋ ਜਾਂਦਾ ਹੈ, ਕਿਉਂਕਿ ਦੂਜੇ ਨੂੰ ਸਲਾਹ ਦੇਣਾ ਬਹੁਤ ਆਸਾਨ ਹੈ। 10 ਬੰਦਿਆਂ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਨਾ ਬਹੁਤ ਆਸਾਨ ਹੈ। ਕਿਸੇ ਨੂੰ ਕਹਿਣਾ ਲੈ ਉਹਦੇ ਘਰ ਜਾ ਕੇ ਪ੍ਰਾਰਥਨਾ ਹੀ ਕਰਨੀ ਹੈ, 2 ਮਿੰਟ ਦਾ ਕੰਮ ਹੈ, ਆਪਾਂ ਜਾ ਕੇ ਉਹਨੂੰ ਤਸੱਲੀ ਦੇਵਾਂਗੇ। ਪਰ ਉਹਦੇ ਘਰ ਜਾਣਾ, ਉਹਦੇ ਸੇ ਟਾਈਮ ਚਾਹੀਦਾ। ਕਿਸੇ ਦੇ ਕੋਲ ਜਾ ਕੇ ਬੈਠ ਕੇ ਉਹਦੀ ਤਕਲੀਫ ਸੁਣਨਾ, ਉਹਦੇ ਉਸੇ ਟਾਈਮ ਚਾਹੀਦਾ। ਇਸ ਕਰਕੇ ਆਪਾਂ ਕੀ ਕਰਨੇ ਆ, ਵੀ ਆਰ ਲੁਕਿੰਗ ਫॉर ਈਜ਼ੀ ਵੇਜ਼। ਅਸੀਂ ਆਸਾਨ ਰਸਤੇ ਲੱਭਨੇ ਹੈਗੇ। ਪਰ ਆਸਾਨ ਰਸਤੇ ਜਿਹੜੇ ਹੈਗੇ ਨੇ ਕੀ ਆਪਾਂ ਨੂੰ ਕੀ ਲੈ ਕੇ ਜਾਂਦੇ ਨੇ, ਪਰਮੇਸ਼ਵਰ ਤੋਂ ਦੂਰ ਲੈ ਕੇ ਜਾਂਦੇ ਨੇ। ਨਾ ਸਿਰਫ ਪਰਮੇਸ਼ਵਰ ਤੋਂ ਦੂਰ ਲੈ ਕੇ ਜਾਂਦੇ ਨੇ, ਪਰ ਕੀ ਹੁੰਦਾ ਸਾਡਾ ਕੀ ਹੈ, ਨੁਕਸਾਨ ਬੜਾ ਹੁੰਦਾ। ਅਸੀਂ ਦੇਖਦੇ ਹਾਂ ਇੱਥੇ ਨੋਮੀ ਜਦੋਂ ਆਪਣੇ ਹਸਬੈਂਡ ਦੇ ਨਾਲ ਗਈ ਤੇ ਉਹ ਕੀ ਹੈ, 4 ਬੰਦੇ ਗਏ ਸੀਗੇ। ਉੱਥੇ ਜਾ ਕੇ ਉਹਦੇ ਦੋਨੋਂ ਲੜਕਿਆਂ ਨੇ ਮੁਆਬ ਚਲੇ ਗਏ, ਜਿਹੜਾ ਕਿ ਪਰਮੇਸ਼ਵਰ ਨੇ ਮਨਾ ਕੀਤਾ ਸੀ। ਉਹਨਾਂ ਦੇ ਉੱਥੇ ਜਾ ਕੇ 2 ਮੁਆਬੀ ਔਰਤਾਂ ਨਾਲ ਦੋਨੋਂ ਲੜਕਿਆਂ ਨੇ ਸ਼ਾਦੀ ਕਰ ਲਈ। ਇੱਥੇ ਛੋਟੇ ਦੀ ਕਿਤਾਬ ਹੈਗੀ ਹੈ 4 ਚੈਪਟਰ ਦੀ। ਤੇ ਕੀ ਦੱਸਦਾ ਹੈ, ਸ਼ੁਰੂ ਵਿੱਚ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਨੋਮੀ ਦਾ ਘਰ ਵਾਲਾ ਮਰ ਗਿਆ ਪਹਿਲੇ, ਫਿਰ ਉਹਦੇ ਦੋਨੋਂ ਬੇਟੇ ਮਰ ਗਏ। ਤੇ ਜਦੋਂ ਇਸ ਤਰ੍ਹਾਂ ਹੋਇਆ ਤੇ ਉਹਨੇ ਕੀ ਸੋਚਿਆ ਕਿ ਇਹ ਤਾਂ ਪਰਮੇਸ਼ਵਰ ਮੇਰੇ ਤੇ ਬੜਾ ਹਾਰਡ ਹੈ, बहुत औखा किया परमेश्वर। हुन पढ़ दो 1:6। तब वह मोआब के देश में यह सुनकर कि यहोवा ने अपने प्रजा के लोगों की सुधि लेके उन्हें भोजन वस्तु दी है, उस देश से अपनी दोनों बहुओं समेत लौट जाने को चली। हुन जो उन्हें पता लग गया, पर तां तो उनकी जिंदगी बेचारे दी की रह गई। उनके पति मार गया, दोनों बेटे मार गए, उनके 2 ਨੂੰਹਾਂ ਰਹੀਆਂ उनके कोल। ਉਹ ਨੂੰਹਾਂ ਵੀ ਕੀ ਹੈਗੀਆਂ ਨੇ, ਮੁਆਬ ਦੀ ਹੈਗੀਆਂ ਨੇ ਔਰਤਾਂ। ਪਰ ਫਿਰ ਵੀ ਪਰਮੇਸ਼ਵਰ ਨੇ ਉਹਨੇ ਉਸ ਮੁਸ਼ਕਲ ਦੀ ਘੜੀ 'ਚ ਉਹਨੇ ਤੱਕ ਇਹ ਸੰਦੇਸ਼ ਪਹੁੰਚਾਇਆ ਕਿ ਦੁਬਾਰਾ ਬੈਥਲਹਮ ਵਿੱਚ, ਦੁਬਾਰਾ ਪਰਮੇਸ਼ਵਰ ਦੇ ਘਰ ਵਿੱਚ ਖੁਸ਼ਹਾਲੀ ਹੈਗੀ ਹੈ। ਪਰ ਉਹਦੀ ਆਪਣੀ ਜ਼ਿੰਦਗੀ ਕੀ ਸੀਗੀ? ਉਹਦੀ ਜ਼ਿੰਦਗੀ ਦਾ ਇੱਕਦਮ ਮਤਲਬ 4 ਬੰਦਿਆਂ ਦੇ ਪਰਿਵਾਰ ਤੋਂ ਇਕੱਲੀ ਰਹਿ ਗਈ ਵਿਚਾਰੀ।
ਤੇ ਜਿਹੜੇ ਉਹਦੀਆਂ ਨੂੰਹਾਂ ਸੀਗੀਆਂ ਉਹ ਵੀ ਦੋਨੋਂ ਗੈਰ ਕੌਮਾਂ ਦੀ ਸੀਗੀਆਂ, ਮੂਰਤੀ ਪੂਜਾ ਕਰਨ ਵਾਲੀਆਂ ਸੀਗੀਆਂ, ਪਰਮੇਸ਼ਰ ਯਹੋਵਾ ਨੂੰ ਨਹੀਂ ਜਾਣਦੀਆਂ ਸੀ। ਇੱਕ ਦਾ ਇੱਕ ਹੀ ਪੜ੍ਹ ਦਿਓ, नहीं सॉरी पहले 16 से 17 पढ़ दो प्लीज। रूत बोली, तू मुझसे ये विनती ना कर कि मुझे त्याग या छोड़कर लौट जा। ਹੁਣ ਉਹਨੂੰ ਪਤਾ ਸੀ ਕਿ ਜਿਹੜੀ ਮੇਰੀ ਦੋਨੋਂ ਨੂੰਹਾਂ ਹੈਗੀਆਂ ਨੇ ਦੇ ਆਰ ਫਰੋਮ ਅ ਡਿਫਰੈਂਟ ਥਾਟ, ਅਲੱਗ ਸੋਚ ਦੀ ਹੈਗੀਆਂ ਨੇ, ਪਰਮੇਸ਼ਵਰ ਨੂੰ ਜਾਣਨ ਵਾਲੇ ਨਹੀਂ ਹੈਗੀਆਂ। ਤੇ ਉਹਨਾਂ ਨੇ ਕਿਹਾ ਉਹਨੂੰ ਦੋਨਾਂ ਨੂੰ ਕਿ ਤੁਸੀਂ ਇੱਥੇ ਆਪਣਾ ਆਪਣਾ ਰਹੋ, ਤੁਸੀਂ ਅਜੇ ਜਵਾਨ ਹੈਗੀਆਂ ਹੋ, ਯੂ ਕੈਨ ਹੈਵ ਅਨਦਰ ਲਾਈਫ, ਤੁਹਾਨੂੰ ਕੋਈ ਨਾ ਕੋਈ ਹੋਰ ਮਿਲ ਜਾਏਗਾ ਸ਼ਾਦੀ ਕਰਨ ਵਾਸਤੇ, ਤੇ ਮੈਂ ਵਾਪਸ ਚੱਲੀ ਆ। ਜਦੋਂ ਵਾਪਸ ਗਈ ਉੱਥੇ ਅਖੀਰ ਦੇ ਅੱਗੇ ਪਰਮੇਸ਼ਰ ਦਾ ਵਚਨ ਕਹਿੰਦਾ, ਉਹ ਕਹਿੰਦੇ ਮੈਨੂੰ ਨਿਓਮੀ ਨਾ ਕਹੋ, ਮੈਨੂੰ ਮਾਰਾ ਕਹੋ, ਕਿ ਮੈਂ ਰੱਬ ਦੀ ਦੁੱਖ ਦਿੱਤੀ ਹੋਈ ਔਰਤ ਹੈਗੀ। ਪਰ ਪਰਮੇਸ਼ਵਰ ਕਦੀ ਆਪਣੇ ਬੱਚਿਆਂ ਨੂੰ ਛੋੜਦਾ ਨਹੀਂ ਹੈ, ਪਰ ਉਹਦੇ ਵਾਸਤੇ ਸਾਨੂੰ ਕੋਈ ਬਲੀਦਾਨ ਦੇਣਾ ਪੈਂਦਾ, ਕੁਝ ਕਰਨਾ ਪੈਂਦਾ। ਤੇ ਜੋ ਅਸੀਂ ਉਸ ਟਾਈਮ ਕਰ ਰਹੇ ਹੁੰਨੇ ਆ, ਸਾਨੂੰ ਉਹਦਾ ਪਤਾ ਨਹੀਂ ਹੁੰਦਾ ਕਿ ਇਹਦਾ ਨਤੀਜਾ ਕੀ ਨਿਕਲੇਗਾ ਆਉਣ ਵਾਲੇ ਸਮੇਂ 'ਚ। ਪਰਮੇਸ਼ਵਰ ਨੂੰ ਪਤਾ ਹੈ, ਪਰਮੇਸ਼ਵਰ ਤੁਹਾਨੂੰ ਮੌਕਾ ਦਿੰਦਾ ਹੈ। ਪ੍ਰਭੂ ਯੀਸ਼ੂ ਮਸੀਹ ਦੀ ਜਿਹੜੀ ਜੀਨੀਓਲੋਜੀ ਹੈਗੀ ਹੈ, ਉਹਦੇ ਵਿੱਚ 5 ਔਰਤਾਂ ਦਾ ਨਾਮ ਹੈ, ਜਿੰਦੇ ਵਿੱਚ ਹੈ ਮੁਆਬੀ ਔਰਤ ਰੂਥ ਦਾ ਵੀ ਨਾਮ ਹੈਗਾ। ਕਿਉਂ? ਸ਼ੀ ਵਾਜ਼ ਦਾ ਗ੍ਰੇਟ ਗ੍ਰੈਂਡ ਮਦਰ ਆਫ ਦਾਊਦ, ਰਾਜਾ ਦਾਊਦ ਦੀ ਹੈ ਪੜਨਾਨੀ ਸੀਗੀ, ਪੜਦਾਦੀ ਸੌਰੀ। ਤੇ ਉਹਨੇ ਕਿਹਾ ਉਹ ਦੋਨੋਂ ਆਪਣੀਆਂ ਨੂੰਹਾਂ ਨੂੰ ਕਿ ਤੁਸੀਂ ਇੱਥੇ ਰਹੋ ਤੇ ਮੈਂ ਆਪਣੇ ਪਰਮੇਸ਼ਵਰ ਦੇ ਘਰ ਚੱਲੀ ਆ ਵਾਪਸ। ਪਰ ਮੈਂ ਆਈ ਤਾਂ ਭਰੀ ਪੂਰੀ ਸੀ, ਚੱਲੀ ਮੈਂ ਖਾਲੀ ਆ। ਜਦੋਂ ਅਸੀਂ ਵੀ ਪਰਮੇਸ਼ਵਰ ਨੂੰ, ਸੱਚੇ ਪਰਮੇਸ਼ਵਰ ਨੂੰ ਜਾਣ ਕੇ ਇਸ ਤਰ੍ਹਾਂ ਦੀ ਠੋਕਰ ਖਾਣ ਵਾਲਾ ਕੰਮ ਕਰਦੇ ਆ, ਤੇ ਪਰਮੇਸ਼ਵਰ ਦਾ ਦਇਆਵਾਨ ਹੈ, ਪਰ ਅਸੀਂ ਆਪਣੇ ਤੇ ਆਪ ਹੀ ਪਰੇਸ਼ਾਨੀ ਲੈ ਕੇ ਆਉਂਦੇ ਆ। ਪਰਮੇਸ਼ਵਰ ਦੀ ਆਸ਼ੀਸ਼ਾਂ ਤੋਂ ਅਸੀਂ ਅਲੱਗ ਹੋ ਜਾਂਦੇ ਆ। ਪਰ ਸਾਨੂੰ ਉਸ ਟਾਈਮ ਕੀ ਹੈ, ਆਪਣੇ ਛੋਟੇ ਛੋਟੇ ਫਾਇਦੇ, ਛੋਟੀ ਛੋਟੀ ਗੱਲਾਂ ਨਜ਼ਰ ਆਉਂਦੀਆਂ ਨੇ, ਜਾਂ ਸਾਨੂੰ ਲੱਗਦਾ ਹੈ ਵੀ ਮੇਰੇ ਹੁਣ ਨਾ ਮੈਂ ਉੱਦਾਂ ਦੀ ਸੋਚ ਨਹੀਂ ਰੱਖਦਾ। ਸੋਚ ਤਾਂ ਤੁਹਾਡੀ ਰੱਬ ਨੇ ਬਦਲਣੀ ਹੈ, ਵਚਨ ਪੜੋਗੇ ਤਾਂ ਆਪਣੇ ਬਦਲ ਦੇਗਾ। ਹਾਂਜੀ ਪੜ੍ਹ ਦਿਓ ਅੱਗੇ। 16 रूत बोली, तू मुझसे ये विनती ना कर कि मुझे त्याग या छोड़कर लौट जा, क्योंकि जिधर तू जाए उधर मैं भी जाऊंगी, जहां तू टिके वहां मैं भी टिकूंगी, तेरे लोग मेरे लोग होंगे और तेरा परमेश्वर मेरा परमेश्वर होगा। ਉਹ ਕਹਿੰਦਾ ਜਿੱਥੇ ਤੂੰ ਜਾਏਂਗੀ ਉੱਥੇ ਮੈਂ ਜਾਵਾਂਗੀ, ਜਿੱਥੇ ਤੂੰ ਰਹੇਂਗੀ ਉੱਥੇ ਮੈਂ ਰਵਾਂਗੀ, ਤੇਰੇ ਲੋਕ ਮੇਰੇ ਲੋਕ ਹੋਣਗੇ ਤੇ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਹੋਏਗਾ। ਨਿਓਮੀ ਨੂੰ ਇੱਕ ਵਾਰੀ ਫੇਰ ਮਨਾ ਕਰਦੀ ਹੈ। ਉਹ ਕਹਿੰਦੀ ਹੈ ਹੁਣ ਮੇਰੀ ਜਿਹੜੀ ਉਮਰ ਹੈਗੀ ਹੈ ਉਹ ਐਸੀ ਨਹੀਂ ਹੈਗੀ ਕਿ ਮੈਂ ਹੋਰ 2 ਔਲਾਦਾਂ ਪੈਦਾ ਕਰ ਸਕਾਂ। ਜੇ ਮੈਂ ਪੈਦਾ ਕਰ ਵੀ ਲਵਾਂ ਤੇ ਤੂੰ ਉਹਨਾਂ ਉਡੀਕ ਕਰੇਂਗੀ ਜਿਸ ਤੱਕ ਬੱਚੇ ਜਵਾਨ ਮੇਰੇ ਹੋਣ ਤੇ ਦੁਬਾਰਾ ਤੋਂ ਸ਼ਾਦੀ ਕरें। ਪਰ ਕੀ ਇਹ ਪਰਮੇਸ਼ਵਰ ਦੇ ਰੂਥ ਦੇ ਮਨ ਵਿੱਚ ਕੀ ਪਾਇਆ ਸੀ? ਪਿਆਰ ਪਾਇਆ ਸੀ, सम्मान डिवोशन पाई सी, निष्ठा पाई सी, लगन पाई सी। ਉਹਨੇ ਕਿਹਾ ਜੇ ਮੈਨੂੰ ਪਰਮੇਸ਼ਵਰ ਨੇ ਇਸ ਪਰਿਵਾਰ ਦੇ ਨਾਲ ਜੋੜਿਆ, ਮੈਂ ਜਦੋਂ ਸ਼ਾਦੀ ਹੋਈ ਸੀ ਉਦੋਂ ਮੈਂ ਆਪਣਾ ਘਰ ਵਾਲੇ ਦੇ ਨਾਲ ਅੱਛਾ ਸਮੇਂ ਬਿਤਾਇਆ, ਪਰ ਹੁਣ ਜੇ ਮੇਰੇ ਪਰਿਵਾਰ ਤੇ ਤਕਲੀਫ ਆ ਗਈ ਹੈ ਤੇ ਮੈਂ ਇਹਨੂੰ ਛੋੜ ਨਹੀਂ ਦੇਣਾ। ਸ਼ੀ ਰਿਮੇਨਡ ਫੇਥਫੁਲ। ਤੇ ਉਹ ਫੇਥਫੁਲ ਦੀ ਪਰਮੇਸ਼ਵਰ ਨੇ ਕੀ ਹੈ, ਦੇਖੋ ਕਿੰਨੀ ਇੱਜ਼ਤ ਰੱਖੀ। ਪਰ ਯਾਦ ਰੱਖੋ ਕਿ ਜਦੋਂ ਉਹ ਫੇਥਫੁਲ ਬਣੀ ਸੀ ਉਦੋਂ ਨੂੰ ਨਹੀਂ ਪਤਾ ਸੀ ਉਹਦਾ ਰਿਜ਼ਲਟ ਕੀ ਨਿਕਲੇਗਾ।
ਜੇ ਅੱਜ ਤੁਸੀਂ ਵੀ ਕਿਸੇ ਦੀ ਮਦਦ ਕਰਦੇ ਹੋ ਤੁਹਾਨੂੰ ਨਹੀਂ ਪਤਾ ਉਹਦਾ ਰਿਜ਼ਲਟ ਤੁਹਾਨੂੰ ਕੀ ਮਿਲੇਗਾ। ਆਪਾਂ ਨੇ ਨਿਸਵਾਰਥ ਆਪਣਾ ਕਿਸੇ ਦਾ ਮਦਦ ਕਰਨੀ ਹੈ, ਪਰ ਮਦਦ ਲੈਣ ਵਾਲੇ ਨੂੰ ਚਾਹੀਦਾ ਕਿ ਉਹ ਕਿਵੇਂ ਮਦਦ ਉਹਨੇ ਲੈਣੀ ਹੈ। ਜੇ ਸਾਹਮਣੇ ਵਾਲਾ ਬੰਦਾ ਹੱਥ ਤੇ ਹੱਥ ਖੜਾ ਰੱਖ ਦੇਵੇ ਤੇ ਫੇਰ ਵੀ ਮੁਸ਼ਕਲ ਹੈ। ਕਿਉਂ? ਅਸੀਂ ਜਿਹੜਾ ਮਦਦ ਲੈਣ ਵਾਲਾ ਤੇ ਜਿਹੜਾ ਮਦਦ ਦੇਣ ਵਾਲਾ ਦੋਨੋਂ ਪਰਮੇਸ਼ਵਰ ਨੂੰ ਜਾਣਦੇ ਨੇ। ਇਸ ਕਰਕੇ ਪਰਮੇਸ਼ਵਰ ਦੇ ਨਾਲ ਜੁੜੇ ਰਹਿਣ ਨਾਲ ਕੀ ਹੈ, ਬੜੀ ਆਸ਼ੀਸ਼ ਮਿਲਦੀ ਹੈ। ਆਪਾਂ ਦੇਖ ਰਹੇ ਹਾਂ ਹੁਣੇ ਬੜੀ ਜਲਦੀ ਪਤਾ ਲੱਗ ਜਾਏਗਾ ਕਿ ਜੋ ਤੁਹਾਨੂੰ ਮੈਂ ਗੱਲ ਕਹਿ ਰਿਹਾ ਉਹਦੀ ਕਿੰਨੀ ਕੁ ਠੀਕ ਹੈ। ਪਰ ਕੀ ਉਹ ਮੁਆਬੀ ਔਰਤ ਨੇ ਕੀ ਕਿਹਾ ਕਿ ਤੇਰੇ ਲੋਕ ਮੇਰੇ ਲੋਕ ਹੋਣਗੇ, ਜਿੱਥੇ ਤੂੰ ਜਾਏਂਗੀ ਮੈਂ ਉੱਥੇ ਜਾਵਾਂਗੀ, ਤੇ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਹੋਏਗਾ। ਹੁਣ ਦੋ ਨੂੰਹਾਂ ਸੀਗੀਆਂ, ਇੱਕ ਤਾਂ ਵਾਪਸ ਚਲੀ ਗਈ ਉਸੇ ਟਾਈਮ ਹੀ, ਪਰ ਰੂਥ ਜਿਹੜੀ ਸੀਗੀ ਉਹਨੇ ਆਪਣੀ ਸੱਸ ਦਾ ਸਾਥ ਨਹੀਂ ਛੋੜਿਆ। ਤੇ ਕਿਆ ਉਹਦਾ ਨਾਮ ਕਿਧਰੇ ਹੈਗਾ ਉਸ ਤੋਂ ਬਾਅਦ ਜਿਹੜੀ ਵਾਪਸ ਚਲੀ ਗਈ? ਨਹੀਂ ਹੈਗਾ, ਕਿਉਂਕਿ ਉਹਨੇ ਆਪਣੇ ਪਰਿਵਾਰ ਦੇ ਪ੍ਰਤੀ ਜੋ ਵਫਾਦਾਰੀ ਚਾਹੀਦੀ ਉਹ ਦਿਖਾਈ ਨਹੀਂ। ਤੇ ਤੁਸੀਂ ਜੇ ਪਰਮੇਸ਼ਰ ਪ੍ਰਤੀ ਪਰਮੇਸ਼ਰ ਦੇ ਘਰਾਣੇ ਦੇ ਅਸੀਂ ਲੋਕ ਹੈਗੇ ਆ, ਵੀ ਆਰ ਦੀ ਹਾਊਸ ਹੋਲਡ ਆਫ ਦੀ ਆਲਮਾਈਟੀ ਗॉड, ਕਿਆ ਤੁਸੀਂ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਹੈਗੇ ਹੋ? ਇਹਦਾ ਜਵਾਬ ਤਾਂ ਤੁਸੀਂ ਦੇ ਸਕਦੇ ਹੋ। ਕਿਆ ਮੈਂ ਹੈਗਾ ਵਾਂ? ਇਹਦਾ ਜਵਾਬ ਮੇਰਾ ਦਿਲ ਜਾਣਦਾ। ਪਰ ਪਰਮੇਸ਼ਵਰ ਕੀ ਹੈ? He always overgives us, outgives us. ਸਾਡੇ ਹੱਥ ਤਾਂ ਛੋਟੇ ਜਿਹੇ ਹੈਗੇ ਨੇ, ਪਰ ਪਰਮੇਸ਼ਵਰ ਦਾ ਕੀ ਹੈ? ਵਿਸ਼ਾਲ ਪਰਮੇਸ਼ਵਰ ਦੀ ਅਸੀਂ ਆਰਾਧਨਾ ਕਰਨੇ ਆ। ਸਾਡਾ ਸਰਮਾਇਆ ਜਿਹੜਾ ਹੈਗਾ ਉਹ ਬੜਾ ਛੋਟਾ ਜਿਹਾ ਹੈਗਾ, ਪਰ ਇਹ ਜਿਹੜਾ ਪੂਰਾ ਪ੍ਰਮਾਣ ਹੈਗਾ ਇਹ ਸਾਡੇ ਪਰਮੇਸ਼ਵਰ ਦੀ ਧਨ ਹੈਗਾ। ਉਹਨਾਂ ਨੇ ਬਣਾਇਆ, ਉਹਨਾਂ ਦੀ ਰਚਨਾ ਹੈ, ਉਹਨਾਂ ਦਾ ਸਭ ਕੁਝ ਹੈ। ਇਸ ਕਰਕੇ ਸਾਨੂੰ ਚਾਹੀਦਾ ਸਾਡੀ ਜਿਹੜਾ ਵਿਜ਼ਨ ਹੋਵੇ, ਸਾਡਾ ਜਿਹੜਾ ਦ੍ਰਿਸ਼ਟੀਕੋਣ ਹੋਵੇ, ਸਾਡੀ ਜਿਹੜੀ ਨਜ਼ਰ ਹੋਵੇ ਉਹ ਦੂਰ ਦੀ ਨਜ਼ਰ ਹੋਵੇ। ਉਹਦੇ 'ਚ ਲਾਲਚ ਨਾ ਹੋਵੇ ਕਿ ਮੈਂ ਅੱਜ ਕੀਤਾ ਹੈਗਾ ਤੇ ਮੇਰਾ ਕੱਲ ਕਿਧਰੇ ਨਾ ਲਿਖਿਆ ਜਾਊਗਾ ਕਿ ਫਲਾਣੇ ਚੰਗਾ ਕੰਮ ਕੀਤਾ ਸੀ। ਨਹੀਂ, ਤੁਸੀਂ ਦਿਲੋਂ ਜੇ ਕਰ ਰਹੇ ਹੋ ਤਈਓ ਕਰ ਸਕੋਗੇ, ਕਿਉਂਕਿ ਤੁਹਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ 'ਚ ਉਹ ਤੁਹਾਡੇ ਚੰਗੇ ਕੰਮ ਕੀਤੇ ਦਾ ਕੀ ਨਤੀਜਾ ਹੋਏਗਾ। ਪਰਮੇਸ਼ਵਰ ਨੂੰ ਪਤਾ ਹੈ, ਤਾਈਓ ਪਰਮੇਸ਼ਵਰ ਤੁਹਾਨੂੰ ਵਚਨ ਦਿੱਤਾ ਕਿ ਵਚਨ ਪੜੋ, ਵਚਨ ਦੇ ਹਿਸਾਬ ਨਾਲ ਚੱਲੋ। ਫਿਰ ਕੀ ਹੋਏਗਾ? ਤੁਸੀਂ ਪਰਮੇਸ਼ਵਰ ਦੇ ਬੇਟੇ ਦੇ ਪੇਟੀਆਂ ਕੁਆਓਗੇ। 121 पढ़ दे। मैं भरी पूरी चली गई थी, परंतु यहोवा ने मुझे छूछी करके लौटाया है। इसलिए जबकि यहोवा ही ने मेरे विरुद्ध साक्षी दी और सर्वशक्तिमान ने मुझे दुख दिया है, फिर तुम मुझे क्यों नौमी कहते हो? ਉਹ ਕਹਿੰਦੀ ਹੈ ਰੱਬ ਮੇਰੇ ਖਿਲਾਫ ਹੈ। ਹੋ ਸਕਦਾ ਬਹੁਤ ਸਾਰੇ ਲੋਕ ਅੱਜ ਸੋਚਦੇ ਹੋਣ ਜਦੋਂ ਸਮੱਸਿਆ ਤੋਂ ਨਿਕਲ ਰਹੇ ਨੇ ਕਿ ਰੱਬ ਮੇਰੇ ਖਿਲਾਫ ਹੈ। ਪਰ ਆਪਾਂ ਉਹ ਲੋਕ ਕਿਹੜੇ ਲੋਕ ਇਹ ਗੱਲ ਕਹਿੰਦੇ ਨੇ? ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੈਗੀ ਹੈ, ਜਿਹੜੇ ਪਰਮੇਸ਼ਵਰ ਨੂੰ ਜਿਸ ਤਰ੍ਹਾਂ ਪਰਮੇਸ਼ਵਰ ਦਇਆਵਾਨ ਹੈਗਾ ਉਸ ਤਰ੍ਹਾਂ ਜਾਣਦੇ ਨਹੀਂ ਹੈਗੇ, ਜਿਨ੍ਹਾਂ ਨੂੰ ਕੀ ਹੈ ਛੋਟੀ ਜੀ ਤਕਲੀਫ ਹੁੰਦੀ ਹੈ ਤੇ ਕੀ ਹੈ ਪਰਮੇਸ਼ਵਰ ਨੂੰ ਉਲਾਹਣਾ ਦੇਣ ਲੱਗ ਜਾਂਦੇ ਨੇ। ਪਰ ਪਰਮੇਸ਼ਵਰ ਫੇਰ ਵੀ ਦਇਆ ਦਾ ਧਨੀ ਹੈ। ਹੀ ਇਜ਼ ਅ ਫੇਥਫੁਲ ਗॉड। ਯਾਦ ਰੱਖਣਾ ਹਮੇਸ਼ਾ ਮੇਰੀ ਗੱਲ, ਉਹ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਹੈ। ਉਹ ਤੁਹਾਡੇ ਮੇਰੇ ਦੇ ਹਾਲਾਤਾਂ ਨੂੰ ਜਾਣਦਾ ਹੈ, ਪਰ ਇਹ ਸੋਚ ਕੇ ਕਿ ਮੇਰੇ ਹਾਲਾਤਾਂ ਨੂੰ ਰੱਬ ਜਾਣਦਾ ਹੈ, ਆਪਾਂ ਜੋ ਮਰਜ਼ੀ ਸੋਚ ਲਈ, ਜੋ ਮਰਜ਼ੀ ਕਹਿ ਦਈਏ, ਆਪਾਂ ਨੂੰ ਉਹਦਾ ਵੀ ਹਸ਼ਰ ਦੇਣਾ ਪੈਣਾ। ਫਿਰ ਅੱਗੇ ਆਪਾਂ ਪਰਮੇਸ਼ਰ ਦਾ ਵਚਨ ਕੀ ਦੱਸਦਾ ਹੈਗਾ ਕਿ ਉੱਥੇ ਇੱਕ ਅਮੀਰ ਬੰਦਾ ਸੀਗਾ। ਹੁਣ ਜਦੋਂ ਨੋਮੀ ਤੇ ਰੂਥ ਆਪਣੇ ਪਿੰਡ ਵਾਪਸ ਪਹੁੰਚੀਆਂ ਤੇ ਉਹ ਛੂਛੇ ਹੱਥ ਸੀਗਾ। ਦੇ ਹੈਡ ਨਥਿੰਗ ਵਿਦ them।
ਤੇ 9ਵੀਂ ਉਮਰ ਦੀ ਸੀਗੀ, ਹੁਣ ਉਹਦੇ ਸਰੀਰ ਵਿੱਚ ਉਹ ਤਾਕਤ ਨਹੀਂ ਸੀਗੀ ਵੀ ਕੰਮ ਕਰ ਸਕੇ, ਬਾਹਰ ਜਾ ਸਕੇ। ਪਰ ਰੂਥ ਤਾਂ ਚੰਗੀ ਭਲੀ ਸੀ, ਜਵਾਨ ਸੀ। ਉਹਨੇ ਇਹ ਨਹੀਂ ਕਿਹਾ ਚਲੋ ਆਪਾਂ ਦੋਨੋਂ ਚੱਲਨੇ ਆ, ਬਈ ਮਾਤਾ ਜੀ ਦੋਨੋਂ ਚੱਲਨੇ ਆ, ਆਪਾਂ ਦੋਨੋਂ ਕੰਮ ਕਰਾਂਗੇ ਤੇ ਖਾਵਾਂਗੇ। ਨਹੀਂ, ਉਹਨੇ ਕਿਹਾ ਮਾਤਾ ਜੀ ਤੁਸੀਂ ਘਰ ਬੈਠੋ, ਮੈਂ ਜਾਨੀ ਆ ਖੇਤਾਂ ਵਿੱਚ। ਤੇ ਉਹਨੇ ਕੀ ਕੀਤਾ, ਇੱਕ ਦੀਨ ਔਰਤ ਦੇ ਬਰਾਬਰ ਜਿੱਥੇ ਕਟਾਈ ਚੱਲ ਰਹੀ ਸੀ ਉੱਥੇ ਚਲੀ ਗਈ, ਜਿੱਥੇ ਗੇਹੂੰ ਕੱਢਦੇ ਪਏ ਸੀਗੇ। ਤੇ ਜਿਵੇਂ ਜਿਵੇਂ ਲੋਕੀ ਗੇਹੂੰ ਕੱਢਦੇ ਸੀਗੇ, ਉਹ ਜਿਹੜਾ ਉਹਨਾਂ ਕੋਲ ਛੁੱਟ ਜਾਂਦਾ ਸੀ, ਉਹ ਚੁੱਪਚਾਪ ਉਹ ਬਿੰਨਾ ਉਹਨੇ ਉਹ ਇਕੱਠਾ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਕੀ ਹੈ, ਉਹਨੇ ਦੀਨਤਾ ਦਿਖਾਈ। ਤੇ ਦੀਨਤਾ ਦਿਖਾਈ ਤੇ ਪਰਮੇਸ਼ਵਰ ਨੇ ਵੀ, ਉਹ ਜਿਹੜਾ ਖੇਤ ਦਾ ਮਾਲਿਕ ਸੀਗਾ, ਉਹਨੇ ਦੇਖਿਆ ਤੇ ਉਹਨੇ ਪੁੱਛਿਆ ਵੀ ਇਹ ਜਿਹੜੀ ਨਵੀਂ ਔਰਤ ਆਇਆ ਹੈਗੀ ਹੈ, ਕੌਣ ਹੈਗੀ ਹੈ? ਉਹਨਾਂ ਨੇ ਕਿਹਾ ਨੋਮੀ ਜਿਹੜੀ ਆਪਣੇ ਪਿੰਡ ਰਹਿੰਦੀ ਸੀ, ਉਹਦੀ ਨੂੰਹ ਹੈਗੀ ਹੈ। ਨੋਮੀ ਆ ਗਈ ਹੈ, ਬਸ ਕੱਲੀ ਆਈ, ਉਹਦੇ ਬਾਕੀ ਤਿੰਨੋਂ ਦੇ ਬੰਦੇ ਫੌਤ ਹੋ ਗਏ, ਤਿੰਨੋਂ ਮਰ ਗਏ। ਤੇ ਉਹਨੂੰ ਵੀ ਉਸ ਔਰਤ ਦੇ ਪ੍ਰਤੀ ਦਇਆ ਆਈ ਕਿ ਦੇਖੋ ਇਹ ਔਰਤ ਗੈਰ ਕੌਮ ਦੀ ਮੁਆਬੀ ਔਰਤ ਹੈਗੀ ਹੈ, ਪਰ ਇਹਨੇ ਆਪਣੀ ਸੱਸ ਦਾ ਪੱਲਾ ਨਹੀਂ ਛੋੜਿਆ ਤੇ ਅੱਜ ਕੱਲੀ ਮਿਹਨਤ ਕਰਨ ਆ ਗਈ ਹੈਗੀ ਹੈ। ਤੇ ਮਿਹਨਤ ਦਾ ਪਰਮੇਸ਼ਰ ਹਮੇਸ਼ਾ ਕੀ ਹੈ, ਆਪਾਂ ਨੂੰ ਫਲ ਦਿੰਦੇ ਨੇ। ਜੋ ਤੁਸੀਂ ਪਰਮੇਸ਼ਰ ਦੀ ਬਾਦਸ਼ਾਹ ਦੀ ਬੁੰਦੇ ਹੈਗੇ ਹੋ, ਪਰਮੇਸ਼ਰ ਉਹਦੀ ਵਧਾ ਕੇ ਕੱਟਣੀ ਤੁਹਾਡੇ ਹੱਥ ਪਕੜਾਉਂਦੇ ਨੇ। ਐਸ ਕਰਕੇ ਪਰਮੇਸ਼ਰ ਦੇ ਬਾਦਸ਼ਾਹ ਦੇ ਕੰਮ ਕਰਨ ਲਈ ਕਦੀ ਪਿੱਛੇ ਨਾ ਰਹੋ, ਵੱਧ ਚੜ ਕੇ ਕੰਮ ਕਰੋ, ਕਿਉਂਕਿ ਪਰਮੇਸ਼ਵਰ ਤਾਂ ਦੇਣ ਵਾਲਾ ਹੈਗਾ। ਵੀ ਕੈਨਟ ਆਊਟ ਗਿਵ ਹਿਮ। ਅਸੀਂ ਕਦੀ ਵੀ ਪਰਮੇਸ਼ਵਰ ਨੂੰ ਉਹਦੇ ਤੋਂ ਵੱਧ ਕੇ ਨਹੀਂ ਦੇ ਸਕਦੇ, ਕਿਉਂਕਿ ਸਾਡੀ ਕੀ ਬਿਸਾਤ ਹੈ। ਵੀ ਆਰ ਜਸਟ ਅ ਡਸਟ ਔਨ ਦਾ ਬੈਲੈਂਸ। ਤਰਾਜੂ ਵਿੱਚ ਇੱਕ ਕਣ ਦੇ ਸਮਾਨ ਹੈਗਾ, ਜਿੰਨਾ ਤਰਾਜੂ ਦਾ ਕੋਈ ਫਰਕ ਨਹੀਂ ਪੈਂਦਾ, ਭਾਵੇਂ ਸੱਜੇ ਪਾਸੇ ਹੋਈਏ ਭਾਵੇਂ ਖੱਬੇ ਪਾਸੇ ਹੋਈਏ। ਸਾਡੀ ਕੋਈ ਹੈਸੀਅਤ ਨਹੀਂ ਹੈ ਪਰਮੇਸ਼ਵਰ ਦੇ ਸਾਹਮਣੇ, ਪਰ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਆਪਣੇ ਬੇਟੇ ਬੇਟੀਆਂ ਕਿਸੇ ਗੱਲ ਕਰਕੇ ਬਣਾਇਆ। ਉਹਨਾਂ ਨੇ ਸਾਨੂੰ ਪਵਿੱਤਰ ਆਤਮਾ ਕਿਸ ਕਰਕੇ ਦਿੱਤਾ ਹੈਗਾ, ਤਾਂ ਕਿ ਅਸੀਂ ਉਹਨਾਂ ਦੇ ਵਰਗੇ ਬਣ ਜਾਈਏ। ਪਵਿੱਤਰ ਆਤਮਾ ਕਿਸ ਵਾਸਤੇ ਦਿੱਤੇ ਗਏ ਨੇ? ਸਾਡੇ ਮਦਦਗਾਰ ਹੈਗੇ ਨੇ, ਸਾਡੇ ਕਾਉਂਸਲਰ ਹੈਗੇ ਨੇ, ਸਾਨੂੰ ਤਸੱਲੀ ਦੇਣ ਵਾਲੇ ਹੈਗੇ ਨੇ। ਪਰ ਤਿੰਨੋਂ ਚੀਜ਼ਾਂ ਕਿਦੋਂ ਹੁੰਦੀਆਂ ਨੇ? ਜਦੋਂ ਸਾਡੇ ਸੁਣਨ ਦੇ ਕੰਨ ਉਹਨਾਂ ਦੇ ਵੱਲ ਹੁੰਦੇ ਨੇ। ਬਿਕੋਜ਼ ਹੀ ਇਜ਼ ਅ ਜੈਂਟਲ ਸਪਿਰਿਟ। ਤੇ ਜਦੋਂ ਬੋਏਜ਼ ਨੇ ਦੇਖਿਆ ਕਿ ਇਹ ਕਿੰਨੀ ਆਪਣਾ ਦੀਨ ਔਰਤ ਹੈਗੀ ਹੈ, ਕਿੰਨਾ ਇਹਨੇ ਆਪਣੇ ਪਰਿਵਾਰ ਦੇ ਪ੍ਰਤੀ ਵਫਾਦਾਰੀ दिखाई है, तो क्या होया? 2:1 पढ़ दो। नोमी के पति एलीमेलेक के कुल में उसका एक बड़ा धनी कुटुंबी था जिसका नाम बोएज था। मोआबिन रूत ने नोमी से कहा, मुझे किसी खेत में जाने दे कि जो मुझ पर अनुग्रह की दृष्टि करे, उसके पीछे पीछे मैं सिला बीनती जाऊं। बस हुण परमेश्वर इत्थे दिखाया जरा बोएज सीगा, ਉਹ ਅਮੀਰ ਆਦਮੀ ਸੀ, ਪਰ ਉਹਦੇ ਕੋਈ ਔਰਤ ਨਹੀਂ ਸੀਗੀ। ਹੁਣ ਜਿਹੜੀ ਰੂਤ ਸੀਗੀ, ਇਹ ਵਿਚਾਰੀ ਫੱਕੜ ਸੀਗੀ, ਇਹਦੇ ਕੋਲ ਕੁਝ ਖਾਣ ਨੂੰ ਨਹੀਂ ਸੀਗਾ, ਪਰ ਇਹਦਾ ਪਤੀ ਨਹੀਂ ਸੀਗਾ। ਹੁਣ ਪਰਮੇਸ਼ਵਰ ਨੇ ਸਾਰਾ ਤਾਨਾ ਬੂਨਾ ਪਹਿਲੇ ਬੁਨਿਆ ਹੋਇਆ ਹੈ, ਪਰ ਪਰਮੇਸ਼ਵਰ ਕੀ ਵੇਖਦਾ? ਸਾਡੇ ਦਿਲਾਂ ਨੂੰ ਦੇਖਦਾ। ਉਹ ਸਾਨੂੰ ਬਿਹਤਰ ਜਗ੍ਹਾ ਲੈ ਕੇ ਜਾਣਾ ਚਾਹੁੰਦਾ ਹੈ, ਪਰ ਜੋ ਸਾਡੇ ਕਰੰਟ ਹਾਲਾਤ ਹੈਗੇ ਨੇ, ਉਹਨਾਂ ਹਾਲਾਤਾਂ ਹੀ ਕਿ ਅਸੀਂ ਪਰਮੇਸ਼ਵਰ ਨੂੰ ਦੋਸ਼ੀ ਠਹਿਰਾਉਂਦੇ ਆ, ਪਰਮੇਸ਼ਵਰ ਨੂੰ ਉਲਾਹਨਾ ਦਿੰਦੇ ਆ, ਜਾਂ ਅਸੀਂ ਆਪਣੇ ਔਖੇ ਹਾਲਾਤਾਂ ਹੀ ਪਰਮੇਸ਼ਵਰ ਦਾ ਸ਼ੁਕਰੀਆ ਅਦਾ ਕਰਨੇ ਆ, ਪਰਮੇਸ਼ਵਰ ਦੀ ਜੈ ਜੈਕਾਰ ਕਰਨੇ ਆ ਕਿ ਪਰਮੇਸ਼ਵਰ ਤੂੰ ਜਿਸ ਹਾਲ ਵਿੱਚ ਰੱਖਿਆ ਤੂੰ ਬਿਹਤਰ ਜਾਣਦਾ, ਤੂੰ ਮੇਰੇ ਹਾਲਾਤਾਂ ਨੂੰ ਜਾਣਦਾ, ਮੇਰੇ ਵਾਸਤੇ ਇੰਨਾ ਬਹੁਤ ਹੈ, ਇਸ ਤੋਂ ਬਾਅਦ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਕਿਉਂਕਿ ਮੇਰੇ ਹਾਲਾਤਾਂ ਨੂੰ ਸੁਧਾਰਨ ਤਾਕਤ ਸਿਰਫ ਤੇਰੇ ਕੋਲ ਹੀ ਹੈਗੀ, ਹੋਰ ਕਿਸੇ ਕੋਲ ਵੀ ਨਹੀਂ ਹੈਗੀ।
ਪਰ ਉਹਦੇ ਵਾਸਤੇ ਕੀ ਹੈ, ਸਾਨੂੰ ਪਹਿਲੇ ਪਰਮੇਸ਼ਵਰ ਦੇ ਵਰਗਾ ਸੁਭਾਅ ਬਣਾਉਣਾ ਚਾਹੀਦਾ ਹੈ। ਤੁਸੀਂ ਪੜ੍ਹ ਦਿਓ, ਆਪਣਾ ਪ੍ਰਭੂ ਪੜ੍ਹ ਦਿਓ 22 ਦਾ 9, ਨੀਤੀ ਵਚਨ 22 ਦਾ 9 ਯਾਦ ਰੱਖਣਾ ਮੇਰੇ ਭੈਣੋ ਭਰਾਓ। पढ़ो इनू, देखो की वचन कहता है। दया करने वाले पर आशीष फलती है क्योंकि वह कंगाल को अपनी रोटी में से देता है। दया करने वाले पर आशीष फलती है क्योंकि वह कंगाल को अपनी रोटी में से देता है। ਇੱਥੇ ਆਪਾਂ ਉਹ ਦੇਖਿਆ ਜਦੋਂ ਰੂਥ ਨੇ ਨੋਮੀ ਤੇ ਆਪਣੀ ਸੱਸ ਤੇ ਦਇਆ ਕੀਤੀ, ਆਪਣੇ ਲੋਕਾਂ ਨੂੰ ਛੋੜ ਕੇ ਉਹਦੇ ਪਿੱਛੇ ਆਈ, ਆਪਣੇ ਦੇਵਤਾਵਾਂ ਨੂੰ ਛੋੜ ਕੇ ਉਹਦੇ ਪਿੱਛੇ ਆਈ, ਉਹਨੂੰ ਘਰ ਬਿਠਾਇਆ ਵੀ ਮੈਂ ਮਾਤਾ ਜੀ ਤੁਸੀਂ ਘਰ ਰੁਕੋ, ਮੈਂ ਚੱਲੀਆਂ ਕੰਮ ਕਰਨ। ਫਿਰ ਪਰਮੇਸ਼ਵਰ ਨੇ ਕੀ ਕੀਤਾ, ਉਹਦੀ ਸ਼ਾਦੀ ਕੈਸੇ ਅਮੀਰ ਬੰਦੇ ਨਾਲ ਕਰਾਈ ਜਿਹੜਾ ਅਮੀਰ ਹੁੰਦੇ ਨਾਲ ਦੀਨ ਇਨਸਾਨ ਸੀਗਾ। ਕੱਲਾ ਅਮੀਰ ਦਾ ਕੋਈ ਫਾਇਦਾ ਨਹੀਂ ਹੈਗਾ। ਕਹਿੰਦੇ ਨੇ ਜੇ ਪੰਛੀ ਨੂੰ ਸੋਨੇ ਦੇ ਪਿੰਜਰੇ ਹੀ ਪਾ ਦੋ ਤਾਂ ਵੀ ਉਹਦੇ ਵਾਸਤੇ ਉਸ ਪਿੰਜਰੇ ਦੀ ਕੀਮਤ ਨਹੀਂ ਹੈ। ਆਜ਼ਾਦ ਉਡਾਈ ਲੈਣ ਵਾਲਾ ਪੰਛੀ ਖੁਸ਼ ਹੈਗਾ ਹਮੇਸ਼ਾ। ਪਰਮੇਸ਼ਵਰ ਤੁਹਾਨੂੰ ਤੇ ਮੈਨੂੰ ਆਜ਼ਾਦ ਦੇਖਣਾ ਚਾਹੁੰਦਾ। ਉਹ ਵੀ ਚਾਹੁੰਦਾ ਕਿ ਅਸੀਂ ਆਪਣੇ ਸੰਸਾਰਿਕ ਬੰਧਨਾਂ ਤੋਂ ਆਜ਼ਾਦ ਹੋ ਜਾਈਏ, ਆਪਣੀ ਉਦਾਸੀਆਂ ਤੋਂ, ਆਪਣੀ ਗਮੀਆਂ ਤੋਂ, ਆਪਣੇ ਡਿਪਰੈਸ਼ਨ ਤੋਂ, ਆਪਣੇ ਘਰ ਦੀਆਂ ਸਮੱਸਿਆਵਾਂ ਤੋਂ। ਕਿਦੋਂ ਹੋਵਾਂਗੇ? ਜਦੋਂ ਪਰਮੇਸ਼ਵਰ ਦਾ ਵਚਨ ਪੜ੍ਹਨਾ ਸ਼ੁਰੂ ਕਰਾਂਗੇ, ਉਹਨੂੰ ਸਮਝਣਾ ਸ਼ੁਰੂ ਕਰਾਂਗੇ, ਉਹਦੇ ਨਾਲ ਆਪਣਾ ਸੁਭਾਅ ਬਦਲਾਂਗੇ। ਜੋ ਚੀਜ਼ਾਂ ਪਰਮੇਸ਼ਵਰ ਨੇ ਮਨਾ ਕੀਤੀਆਂ ਨੇ ਉਹਨਾਂ ਤੋਂ ਪਰੇ ਰਵਾਂਗੇ। ਜੋ ਕੰਮ ਪਰਮੇਸ਼ਵਰ ਕਰਨ ਨੂੰ ਕਹਿੰਦਾ ਉਹਨਾਂ ਨੂੰ ਕਰਾਂਗੇ। ਤੇ ਫਿਰ ਕਹੇਗਾ, ਇੱਕ ਵਾਰੀ ਫਿਰ ਪੜ੍ਹ ਦਿਓ ਪਲੀਜ਼। ਇਹੀ ਹੋਈ दया करने वाले पर आशीष फलती है क्योंकि वह कंगाल को अपनी रोटी में से देता है। ਹੁਣ ਜਦੋਂ ਬੋਏਜ਼ ਨੇ ਅੱਛਾ ਕੰਮ ਕੀਤਾ, ਉਦੋਂ ਬੋਏਜ਼ ਨੂੰ ਨਹੀਂ ਪਤਾ ਸੀ ਕਿ ਬਾਈਬਲ ਹੈ, ਇੱਕ ਬਾਈਬਲ ਆਪਣਾ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦੇਣੀ ਹੈ ਤੇ ਉਹਦੇ 'ਚ ਉਹਦਾ ਨਾਮ ਲਿਖਿਆ ਜਾਏਗਾ। ਉਦੋਂ ਉਹਨੂੰ ਨਹੀਂ ਪਤਾ ਸੀ ਕਿ ਉਹਦੇ ਆਪਣਾ ਲਾਈਨੇਜ ਤੋਂ ਦਾਊਦ ਰਾਜਾ ਪੈਦਾ ਹੋਏਗਾ, ਕਿਉਂਕਿ ਦਾਊਦ ਰਾਜਾ ਜਿਹੜਾ ਸੀਗਾ ਉਹ ਰਾਜਿਆਂ ਦੀ ਪੁਸ਼ਤਾ ਤੋਂ ਨਹੀਂ ਸੀਗਾ, ਉਹ ਪਰਮੇਸ਼ਵਰ ਦਾ ਚੁਣਾਵ ਸੀਗਾ। ਤੁਸੀਂ ਮੈਂ ਵੀ ਰਾਜਾ ਦੀ ਪੁਸ਼ਤਾ ਤੋਂ ਨਹੀਂ ਹੈਗੇ। ਉਸ ਰਾਜਾ ਨੇ ਸਾਡਾ ਚੁਣਾਵ ਕੀਤਾ ਤਾਂ ਅਸੀਂ ਉਹ ਰਾਜਾ ਦੀ ਔਲਾਦ ਬਣ ਗਏ, ਉਸ ਪਰਮੇਸ਼ਵਰ ਦੇ ਬੇਟੇ ਬੇਟੀਆਂ ਬਣ ਗਏ। ਸਾਡੀ ਕੋਈ ਲਾਈਨੇਜ ਪ੍ਰਭੂ ਯਿਸੂ ਮਸੀਹ ਨਾਲ ਨਹੀਂ ਮਿਲਦੀ, ਸਿਰਫ ਅਸੀਂ ਉਹਨਾਂ ਦੀ ਦਇਆ ਦੇ ਥੱਲੇ ਆ ਗਏ। ਤੇ ਉਦੋਂ ਬੋਏਜ਼ ਨੂੰ ਵੀ ਨਹੀਂ ਪਤਾ ਸੀ ਕਿ ਜਿਹੜਾ ਅੱਛਾ ਕੰਮ ਕਰਨ ਜਾ ਰਿਹਾ ਉਹਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ, ਨਾ ਕਿ ਇਤਿਹਾਸ ਵਿੱਚ ਪਰ ਪਵਿੱਤਰ ਬਾਈਬਲ 'ਚ ਉਹਦਾ ਨਾਮ ਆਏਗਾ। ਪਰ ਉਹਦੇ ਵਾਸਤੇ ਕੀ ਉਹਨੇ ਆਪਣਾ ਮਨ, ਉਹਦਾ ਜਿਹੜਾ ਸੁਭਾਅ ਸੀਗਾ, ਜਿਹੜਾ ਉਹਦਾ ਸੋਚਣ ਦਾ ਨਜ਼ਰੀਆ ਕੀ ਸੀਗਾ, ਉਹ ਦੀਨਤਾ ਵਾਲਾ ਸੀਗਾ, ਭਗਤੀ ਵਾਲਾ ਸੀਗਾ, ਕਿਸੇ ਦੀ ਬੁਰਾਈ ਨਹੀਂ ਕਰਦਾ ਸੀ, ਗਰੀਬ ਤੇ ਦਇਆ ਕਰਦਾ ਸੀ। ਜ਼ਰੂਰੀ ਨਹੀਂ ਗਰੀਬ ਜਿਹਦੇ ਕੋਲ ਪੈਸੇ ਨਹੀਂ ਉਹ ਗਰੀਬ ਹੈਗਾ। ਜਿਹੜਾ ਦੁਖੀ ਉਸ ਤੋਂ ਵੱਡਾ ਗਰੀਬ ਕੋਈ ਨਹੀਂ, ਭਾਵੇਂ ਉਹਦੇ ਕੋਲ ਜਿੰਨਾ ਮਰਜ਼ੀ ਸਰਮਾਇਆ ਹੈ। ਜਿੰਨੇ ਮਨ ਵਿੱਚ ਖੁਸ਼ੀ ਨਹੀਂ ਉਹ ਗਰੀਬ ਹੈਗਾ, ਭਾਵੇਂ ਜਿੰਨਾ ਮਰਜ਼ੀ ਸਰਮਾਇਆ ਹੈ। ਇਸ ਕਰਕੇ ਜੇ ਆਪਾਂ ਖੁਸ਼ ਰਹਿਣਾ ਚਾਹੁੰਦੇ ਹਾਂ ਤੇ ਦੁਨਿਆਵੀ ਬਰਕਤਾਂ ਵੱਲ ਦੇਖਣਾ ਘੱਟ ਧਿਆਨ ਦਈਏ, ਰੂਹਾਨੀ ਗੱਲਾਂ ਵੱਲ ਸੋਚਣਾ ਸ਼ੁਰੂ ਕਰੀਏ। ਪਰਮੇਸ਼ਵਰ ਦੇ ਨਜ਼ਰੀਏ ਨਾਲ ਅਸੀਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰੀਏ। 2 ਦਾ 20 ਪੜ੍ਹੀ, ਰੂਥ ਵਾਪਸ ਆ ਜਾਓ। नौमी ने अपनी बहू से कहा, वह यहोवा की ओर से आशीष पाए क्योंकि उसने ना तो जीवित पर से और ना मरे हुओं पर से अपनी करुणा हटाई। फिर नौमी ने उससे कहा, वह पुरुष तो हमारा एक कुटुंबी है। ਉਹ ਕਹਿੰਦਾ ਪਰਮੇਸ਼ਵਰ ਦੀ ਜਿਹੜੀ ਦਇਆ ਹੈਗੀ ਹੈ ਉਹ ਸਾਰਿਆਂ ਤੇ ਹੀ ਹੁੰਦੀ ਹੈ, ਸਾਰੇ ਬੱਚਿਆਂ ਤੇ ਹੁੰਦੀ ਹੈ। ਪਰਮੇਸ਼ਵਰ ਕਿਸੇ ਨੂੰ ਛੋੜਦਾ ਨਹੀਂ ਹੈ।
ਇਹ ਨਹੀਂ ਹੈਗਾ ਵੀ ਆਪਣਾ ਜੇ ਤੁਸੀਂ ਚੰਗਾ ਕੰਮ ਕਰਦੇ ਪਿਓ ਤੇ ਤੁਸੀਂ ਅਲੱਗ ਰਹਿ ਜਾਓਗੇ, ਤੁਹਾਡੇ ਤੇ ਦਇਆ ਨਹੀਂ ਹੋਏਗੀ। ਪਰਮੇਸ਼ਵਰ ਦੇ ਰਿਕਾਰਡ ਵਿੱਚ ਕੋਈ ਵੀ ਐਕਟ ਤੁਹਾਡਾ, ਕੋਈ ਵੀ ਜਾਂ ਮੇਰਾ ਕੰਮ ਕੀਤਾ ਹੋਇਆ, ਹਰ ਚੀਜ਼ ਰਿਕਾਰਡਡ ਹੈ, ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ। ਇਸ ਕਰਕੇ ਆਪਾਂ ਨੂੰ ਜਿਹੜੇ ਸਾਡੇ ਬੁਰੇ ਦਿਨ ਹੁੰਦੇ ਨੇ ਉਹਦੇ ਵਿੱਚ ਆਪਣੇ ਮੂੰਹ ਤੇ ਲਗਾਮ ਲਗਾਉਣੀ ਚਾਹੀਦੀ ਹੈ ਤੇ ਪਰਮੇਸ਼ਵਰ ਦੀ ਅੱਛਾਈ ਦੀਆਂ ਗੱਲਾਂ ਕਰਨੀ ਚਾਹੀਦੀਆਂ ਨੇ, ਪਰਮੇਸ਼ਵਰ ਦੇ ਅਨੁਗ੍ਰਹਿ ਦੀ ਗੱਲਾਂ ਕਰਨੀ ਚਾਹੀਦੀਆਂ, ਪਰਮੇਸ਼ਵਰ ਦੇ ਨਾਲ ਬਣੇ ਰਹਿਣਾ ਚਾਹੀਦਾ ਹੈ। ਹਰ ਚੀਜ਼ ਦਾ ਸਮੇਂ ਹੈਗਾ ਕੰਮ ਕਰਨ ਦਾ, ਸਮੇਂ ਤੋਂ ਬਾਅਦ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਹੈਗਾ। 3:18 ਪਰਮੇਸ਼ਵਰ ਦਾ ਵਚਨ ਆਪਣੇ ਇਸ ਬਾਰੇ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। 3:18 उसने कहा, हे मेरी बेटी, जब तक तू ना जाने कि इस बात का फैसला क्या फल निकलेगा, तब तक चुपचाप बैठी रह, क्योंकि आज उस पुरुष को ये काम बिना निपटाए चैन ना पड़ेगा। ਤੇ ਉਹ ਕੀ ਹੈ, ਬੋਏਜ਼ ਤੋਂ ਉਹ ਉਸ ਟਾਈਮ ਵਿੱਚ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਵਾਪਸ ਆ ਜਾਂਦਾ ਸੀ, ਉਹਦੀ ਜਿਹੜੀ ਆਪਣਾ ਪ੍ਰਾਪਰਟੀ ਹੁੰਦੀ ਸੀ ਉਹਦਾ ਛੁਡਾਉਣ ਦਾ ਹੱਕ ਉਹਨਾਂ ਨੇ ਲਾਈਨ ਦੇ ਹਿਸਾਬ ਨਾਲ ਚੱਲਦਾ ਸੀ। ਪਰ ਉਹਨੇ ਕਿਹਾ ਤੂੰ ਉਹਦੀ ਚਿੰਤਾ ਨਾ ਕਰ, ਪਰਮੇਸ਼ਵਰ ਤੇ ਵਿਸ਼ਵਾਸ ਕਰ। ਜੇ ਬੋਏਜ਼ ਨੇ ਕਿਹਾ ਕਿ ਬੋਏਜ਼ ਤੇਰੇ ਹੱਕ ਵਿੱਚ ਹੋਏਗਾ ਤਾਂ ਉਹ ਕੰਮ ਕਰਾਏਗਾ। ਬਟ ਦਾ ਪੁਆਇੰਟ ਹੇਅਰ, ਵੀ ਵਿਲ ਨਾਟ ਗੋ ਇਨ ਦਾ ਡਿਟੇਲ ਆਫ ਇਟ ਲਾਈਨ ਦਾ ਕੀ ਸਮੱਸਿਆ ਸੀ ਉਸ ਟਾਈਮ ਤੇ, ਪਰ ਗੱਲ ਦਾ ਮਤਲਬ ਹੈਗਾ ਕਿ ਜਦੋਂ ਅਸੀਂ ਜਿਹੜਾ ਕੰਮ ਜਦੋਂ ਕਰਨਾ ਹੈ ਉਦੋਂ ਹੀ ਕਰਨਾ ਹੈ, ਤੇ ਜਿਹੜੇ ਕੰਮ ਦਾ ਪਰਮੇਸ਼ਵਰ ਕਹਿੰਦਾ ਇੰਤਜ਼ਾਰ ਕਰੋ, ਵੇਟ ਔਨ ਦਾ ਲਾਰਡ। ਵੇਟ ਔਖੀ ਬਹੁਤ ਹੈਗੀ ਹੈ। ਹਰ ਬੰਦਾ ਕਹਿੰਦਾ ਕਿ ਮੇਰੀ ਸਮੱਸਿਆ ਦਾ ਹੱਲ ਅੱਜ ਸ਼ਾਮ ਤੋਂ ਪਹਿਲੇ ਹੋ ਜਾਵੇ। ਕੀ ਇਹ ਪਰਮੇਸ਼ਵਰ ਦੇ ਕੰਮ ਜਿਹੜੇ ਹੈਗੇ ਨੇ, ਉਹ ਪਰਮੇਸ਼ਵਰ ਦੇ ਕੰਮਾਂ ਦਾ ਕੰਮ ਜਿਹੜਾ ਹੈਗੇ ਪਰਮੇਸ਼ਵਰ ਨੇ ਸਮੇਂ ਦੇ ਹਿਸਾਬ ਨਾਲ ਕਹਿੰਦੇ ਨੇ। ਫਿਰ ਨੋਮੀ ਨੇ ਕੀ ਕਿਹਾ ਆਪਾਂ ਦੇਖਾਂਗੇ 4:15 ਆਖਰੀ ਵਰਸ ਪੜਾਂਗੇ। ਕੀ ਕਹਿੰਦੀ ਹੈ ਨੋਮੀ? और ये तेरे जी में जी ले आने वाला और तेरा बुढ़ापे में पालने वाला हो, क्योंकि तेरी बहू जो तुझसे प्रेम रखती है और 7 बेटों से भी तेरे लिए श्रेष्ठ है, उसी का ये बेटा है। खैर इंग्लिश ही थोड़ा डिफरेंट है, आप इंग्लिश पढ़ दें दोनों। एंड मे ही बी योर रिस्टोरर ऑफ लाइफ, और थोड़े जीवन नू दोबारा अच्छी तरीके लैके आवे। नरिशिस ऑफ योर ओल्ड एज फॉर योर डॉटर इन लॉ हु लव्स यू, हु इज बेटर टू यू देन 7 sons हैज born to them। परमेश्वर की कहना है कि जे तेरे 7 मुंडे होंदे ਉਹਨਾਂ ਤੋਂ ਵੀ ਇਹ ਜਿਹੜਾ ਇੱਕ ਤੈਨੂੰ ਬਹੂ ਦਿੱਤੀ ਹੈ ਪਰਮੇਸ਼ਵਰ ਨੇ, ਉਹ 7 ਮੁੰਡਿਆਂ ਤੋਂ ਬਿਹਤਰ ਉਹਨੇ ਕੰਮ ਕੀਤਾ। ਕਿਉਂ? ਉਹ ਜਿਹੜਾ ਕੰਮ ਜਿਹੜਾ ਸਾਰਾ ਕੀ ਸੀਗਾ, ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਸੀਗਾ। ਇਸ ਕਰਕੇ ਜਦੋਂ ਉਹਨੇ ਰੂਥ ਨੇ ਭਲਾਈ ਕੀਤੀ ਆਪਣੀ ਸੱਸ ਦੇ ਨਾਲ, ਰੂਥ ਨੇ ਉਹ ਆਪਣੀ ਸੱਸ ਦਾ ਕਹਿਣਾ ਮੰਨਿਆ, ਰੂਥ ਨੇ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ, ਤੇ ਉਹ ਕੀ ਹੈਗਾ, ਉਹਦਾ ਨਾਮ ਆਪਾਂ ਅੱਜ ਪੜ੍ਹਨੇ ਆ, ਉਹਦੇ ਬਾਰੇ ਅੱਜ ਪੜ੍ਹਨੇ। ਕਿਆ ਤੁਸੀਂ ਤੇ ਮੈਂ ਵੀ ਐਸਾ ਕੋਈ ਕੰਮ ਕਰ ਰਹੇ ਹਾਂ? ਕਿਆ ਤੁਹਾਡੀ ਤੇ ਮੇਰੀ ਸੋਚ ਵੀ ਉਹ ਰੂਥ ਤਰ੍ਹਾਂ ਹੈਗੀ ਹੈ? ਪਰਮੇਸ਼ਵਰ ਨੇ ਸਾਨੂੰ, ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਚ ਮੈਂ ਵੀ ਹੈਗਾ ਵਾਂ, ਦੂਸਰੀ ਕੌਮਾਂ ਤੋਂ ਪਰਮੇਸ਼ਵਰ ਨੇ ਸਾਨੂੰ ਆਪਣੇ ਚਰਨਾਂ 'ਚ ਜਗ੍ਹਾ ਦਿੱਤੀ ਹੈ। ਕਿਸ ਵਾਸਤੇ ਦਿੱਤੀ ਹੈ? ਕਿ ਅਸੀਂ ਵੀ ਉਹੀ ਨਿਸ਼ਠਾ ਦਿਖਾਈਏ ਜਿਹੜੀ ਰੂਥ ਨੇ ਦਿਖਾਈ। ਸਾਡੇ ਮਨ ਵਿੱਚ ਵੀ ਪਰਮੇਸ਼ਵਰ ਦਾ ਉਹ ਆਦਰ ਹੋਵੇ ਜਿਹੜਾ ਰੂਥ ਨੇ ਦਿਖਾਇਆ। ਸਾਨੂੰ ਵੀ ਜੇ ਕਿਸੇ ਨੂੰ ਦੇਖੀਏ ਤਾਂ ਸਾਨੂੰ ਉਹਦੇ ਤੇ ਸਾਡਾ ਮਨ ਉਹਦੇ ਵਾਸਤੇ ਕਰੇ ਕਿ ਮੈਂ ਜੇ ਮੇਰੇ ਕੋ ਹੋ ਸਕੇ ਤੇ ਮੈਂ ਇਹਦੀ ਮਦਦ ਕਰ ਜਾਵਾਂ। ਜੇ ਪੈਸੇ ਦੀ ਮਦਦ ਨਹੀਂ ਕਰ ਸਕਦਾ ਤੇ ਪ੍ਰਾਰਥਨਾ ਤਾਂ ਆਪਾਂ ਕਰ ਹੀ ਸਕਦੇ। ਇਸ ਕਰਕੇ ਯਾਦ ਰੱਖੋ ਕਿ ਵੀ ਕੈਨਟ ਆਊਟ ਗਿਵ ਗॉड। ਅਸੀਂ ਪਰਮੇਸ਼ਵਰ ਨੇ ਸਾਨੂੰ ਜੋ ਦਿੱਤਾ ਉਸ ਤੋਂ ਬਾਅਦ ਪਰਮੇਸ਼ਵਰ ਨੂੰ ਕਦੀ ਨਹੀਂ ਦੇ ਸਕਦੇ। ਇਸ ਕਰਕੇ ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਵਾਸਤੇ ਕੰਮ ਕਰਨੇ ਆ ਤੇ ਵੀ ਆਰ ਆਲਵੇਜ਼ ਇਨ ਦਾ ਬੈਨੀਫਿਟ।
ਪਰ ਉਸ ਟਾਈਮ ਸਾਨੂੰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਹੁੰਦੀ। ਇਸ ਕਰਕੇ ਆਪਾਂ ਨੂੰ ਅੱਜ ਰੱਬ ਨੂੰ ਪੁੱਛਣ ਦੀ ਲੋੜ ਹੈਗੀ ਹੈ, ਪਰਮੇਸ਼ਵਰ ਦੇ ਵਚਨ ਤੇ ਜਾਣ ਦੀ ਲੋੜ ਹੈ ਕਿ ਪਰਮੇਸ਼ਵਰ ਤੁਹਾਨੂੰ ਸਾਡੇ ਕੋਲ ਕੀ ਕਰਵਾਉਣਾ ਚਾਹੁੰਦੇ ਨੇ, ਕਿੱਥੇ ਚਾਹੁੰਦੇ ਨੇ ਪਰਮੇਸ਼ਵਰ ਅਸੀਂ ਜਾਈਏ, ਕਿਹੜੇ ਪਾਸੇ ਜਾਈਏ, ਕਿਹੜੀ ਚੀਜ਼ ਕਰਨਾ ਅਸੀਂ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਹਾਂ। ਤੁਹਾਡੇ ਤੇ ਮੇਰੇ ਜੀਵਨ ਦਾ ਇਹ ਉਦੇਸ਼ ਹੋਣਾ ਚਾਹੀਦਾ ਕਿ ਅਸੀਂ ਕਿਵੇਂ ਪਰਮੇਸ਼ਵਰ ਨੂੰ ਖੁਸ਼ ਕਰ ਸਕੀਏ, ਕਿਵੇਂ ਪਰਮੇਸ਼ਵਰ ਦੇ ਵਚਨ ਨੂੰ ਸਮਝ ਕੇ ਉਸ ਵਚਨ ਤੇ ਚੱਲ ਸਕਦੇ ਹਾਂ। ਫਿਰ ਕੀ ਹੈ, ਜੋ ਪਰਮੇਸ਼ਵਰ ਸ਼ਾਂਤੀ ਦਿੰਦਾ, ਪ੍ਰਭੂ ਯीशु मसीह ने की क्या सलीब पे कि मैं अपनी शांति तुम्हें दिए जाता हूं, वैसे नहीं जैसे कि संसार देता है। ऐस करके ਆਪਾਂ ਉਹ ਸ਼ਾਂਤੀ ਮੰਗਣੀ ਹੈ ਪਰਮੇਸ਼ਰ ਕੋਲ, ਉਹ ਸ਼ਾਂਤੀ ਲੈਣੀ ਹੈ ਜਿਹੜੀ ਪਰਮਾਨੈਂਟ ਹੈਗੀ ਹੈ, ਜਿਹੜੀ ਹਮੇਸ਼ਾ ਰਹਿਣ ਵਾਲੀ ਹੈਗੀ ਹੈ, ਜਿਹੜੀ ਸਥਾਈ ਹੈਗੀ ਹੈ, ਜਿਹਨੂੰ ਅਸੀਂ ਸੰਸਾਰ ਦੀ ਹਰ ਦੌਲਤ ਦੇ ਕੇ ਵੀ ਨਹੀਂ ਖਰੀਦ ਸਕਦੇ। ਜੈ ਮਸੀਹ ਦੀ। ਜੈ ਮਸੀਹ ਦੀ। ਥੈਂਕ ਯੂ ਫਾਦਰ, ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੈ ਪਿਤਾ ਪਰਮੇਸ਼ਵਰ, ਤੁਹਾਡੇ ਚਰਨਾਂ 'ਚ ਆਏ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਵਾਸਤੇ। ਪਵਿੱਤਰ ਆਤਮਾ ਜੀ, ਤੁਸੀਂ ਹੀ ਜਾਂਚੋ ਕਿ ਅਸੀਂ ਕਿੱਥੇ ਕਿੱਥੇ ਗਲਤ ਕਰ ਚੁੱਕੇ ਹਾਂ, ਕਿੱਥੇ ਕਿੱਥੇ ਵਫਾਦਾਰੀ ਨਹੀਂ ਦਿਖਾਈ, ਡਿਵੋਸ਼ਨ ਨਹੀਂ ਦਿਖਾਈ, ਕਿੱਥੇ ਕਿੱਥੇ ਤੁਹਾਨੂੰ ਸ਼ੋਕਿਤ ਕੀਤਾ। ਸਾਡੇ ਸਾਰਿਆਂ ਦੀ ਮਦਦ ਕਰੋ, ਕਨਵਿਕਸ਼ਨ ਦਿਓ, ਤਾਂ ਕਿ ਅਸੀਂ ਪਛਤਾਤਾਪ ਕਰਕੇ ਉਸ ਗੁਨਾਹ ਨੂੰ ਉਹ ਤੁਹਾਡੀ ਸਹਾਇਤਾ ਨਾਲ ਓਵਰਕਮ ਕਰਕੇ ਅੱਗੇ ਵੱਧ ਸਕੀਏ। ਤੁਹਾਡੇ ਨਾਮ ਦੀ ਮਹਿਮਾ ਹੋਏ। हे खुदावंद, इस टाइम ते जिन्ने साडे कोल प्रेयर रिक्वेस्ट आईयां हुई फादर, सब दे नाम बेनाम तुसी सब नूं जाणदे हो। हे पिता परमेश्वर, असी विश्वास दे नाल लॉर्ड बाय फेथ उन्हां दे लई दुआ करदे हां। सिस्टर सोनिया, ब्रदर दविंदर है, इनोश बच्चा जिसनूं जुबान दी प्रॉब्लम हैगी है, होर ਭਰਾ ਹੈਗੇ ਆ ਫਾਦਰ, ਸਾਰਿਆਂ ਨੂੰ ਜਿਨ੍ਹਾਂ ਨੂੰ ਡਿਪਰੈਸ਼ਨ ਹੈ, ਜਿਨ੍ਹਾਂ ਨੂੰ ਬ੍ਰੇਨ ਦਾ ਕਲੌਟ ਹੈ, ਜਿਨ੍ਹਾਂ ਨੂੰ ਖੁਦਾਵੰਦ ਪੀਸ ਔਰ ਜੋਏ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਜੌਬਸ ਚਾਹੀਦੀਆਂ, ਸਕਸੈਸ ਚਾਹੀਦੀ ਹੈ ਜ਼ਿੰਦਗੀ ਵਿੱਚ, ਜਿਨ੍ਹਾਂ ਨੇ ਆਪਣੇ ਬੱਚੇ ਦੀ ਔਰ ਆਪਣੇ ਹਸਬੈਂਡ ਵਾਸਤੇ ਦੁਆ ਪ੍ਰਾਰਥਨਾ ਕੀਤੀ ਹੈ। ਔਰ ਫਾਦਰ, ਉਹਨਾਂ ਸਾਰਿਆਂ ਨੂੰ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਂਦੇ ਹਾਂ। हर गले की तकलीफ, हर शोल्डर की तकलीफ, हर डायबिटीज़ की तकलीफ, फादर जेड़े जेड़े भी जड़ियाँ बीमारियां च सब नूं तुहाडे चरनां च लैके आने। हर चीज़ का इलाज तुसी हो मेरे फादर। ओ खुदावंद, तुसी ओ परमेश्वर हो जो बांझ नूं आनंदमई माँ बनांदे हो। खुदावंद, इस टाइम जेड़े भी इस सिचुएशन च हैगे आ खुदावंद, प्रभु यीशु मसीह नासरी दे नाम नाल सब दी कोख खुल जान खुदावंद। और खुदावंद जेड़े इस समय दे दौरान निकल रहे खुदावंद, मिन्नत करदे खुदावंद, उन्हां नूं इस समा आसानी नाल निकालो मेरे फादर, और उन्हां नूं तसल्ली बख्शना मेरे फादर। हर एक नूं अच्छी औलाद बख्शना खुदावंद, जेड़े भी इस समय चों निकल रहे, जेड़े तुहाडे ते डर ते खौफ दे विच प्रभु तुहाडे सैम्यूल दी तरह ओ औलादा पैदा होण खुदावंद। थैंक यू फादर, हर एक दे लई तुहाडी शांति मंगदे आ, तुहाडा अनुग्रह मंगदे आ खुदावंद। थैंक यू फादर, प्रभु यीशु मसीह नासरी दे नाम नाल, आमीन। साडे एक ब्रदर हैगे ने, आई वोंट नेम हिम, जिन्हां ने प्रार्थना भेजी है भी उन्हां दे वाइफ ने शायद डाइवोर्स का केस फाइल किया उन्हां वास्ते। ब्रदर जी, मैं तुहानूं तसल्ली दिलवाना चाहना कि परमेश्वर दे विच विश्वास रखो, परमेश्वर ही बने रहो। परमेश्वर जिहड़ा दया दाता हैगा, जिहड़ा मर्सीफुल गॉड हैगा, वो तुहाडी जीवन नूं खुशहाल बनाएगा। मैं सारे वास्ते प्रार्थना करना कि सारे परमेश्वर उस ब्रदर दे नाम जानते ने जिन्हां ने प्रेयर रिक्वेस्ट दित्ती है, पर सारे वास्ते प्रार्थना करना कि तुसी उस भरा नूं अपनी प्रार्थना में याद रखो जिन्हें अज साडे इस प्रचार दे विच दुआ अपनी प्रार्थना दित्ती है कि परमेश्वर उन्हां दे परिवार नूं दोबारा जोड़े। क्योंकि परमेश्वर जिहड़ा वचन जिवें कहंदा हैगा कि परमेश्वर तलाक तो घृणा करदे ने, ते परमेश्वर नहीं चाहते भी कोई भी परिवार टुटे। ते परमपिता परमेश्वर तुहाडे चरनां 'च प्रार्थना करदे हां उस ब्रदर वास्ते
ਕਿ ਤੁਸੀਂ ਉਹਨਾਂ ਦੇ ਘਰ ਨੂੰ ਖੁਸ਼ਹਾਲ ਬਣਾਓ ਪਰਮ ਪਿਤਾ ਪਰਮੇਸ਼ਵਰ ਜੀ। ਹਰ ਚੀਜ਼ ਵਿੱਚ ਫਾਦਰ ਤੁਹਾਡੇ ਨਾਮ ਨੂੰ ਜਲਾਲ ਮਿਲੇ, ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ, ਆਮੇਨ। Amen. ਗॉड ਬlesਸ ਯੂ। Bless you.